मैं तुहाडा वीर डॉक्टर हरीश मल्होत्रा तुहाडे लिए हफ्तेवारी प्रोग्राम सांझियां विचारां लैके अज हाजिर हाँ। जिस तरह तुहानूं पता है कि ये साडा जिहड़ा प्रोग्राम ये फोनिंग इन प्रोग्राम हुंदा, तुसीं टैलीफोन कॉल्स राहीं अपने विचार साडे नाल सांझे कर सकते हैं। तो मैं चाहुंदा कि अज भी तुसीं वध तो वध टैलीफोन कॉल्स करो ताकि आपां इस मसले नूं चंगी तरह विचार सकीए। साडी टैलीफोन लाइन जिहड़ियां हैगियां हुण तो ही खुल्लियां, टैलीफोन जिहड़ी कॉल्स हैगी तुसीं कर सकदे जे तुसीं बरतानिया विच रहिंदे, यूके विच रहिंदे आ 0300 770 2246 ते जे तुसीं बरतानिया तो बाहर तो फोन कर रहे हैं तो फिर तुहानूं नंबर 0044 300 770 2246 घुमाउणा पऊगा। तो अज जिहड़ी गल आपां करनी हैगी आ वो ये हाल है भी साडे बहुत सारे जिहड़े पेरेंट्स आ वो बहुत दुविधा विच पए आ, बहुत ज़्यादा ਉਹ ਨਿਰਾਸ਼ਾ ਵਿੱਚ ਹੈਗੇ ਆ ਵੀ ਸਾਡੇ ਜਿਹੜੇ ਬੱਚੇ ਆ ਉਹਨਾਂ ਦੀ ਉਮਰਾਂ ਵੱਧ ਰਹੀਆਂ ਤੇ ਉਹ ਵਿਆਹ ਨਹੀਂ ਕਰਾ ਰਹੇ ਹੈਗੇ। ਬੱਚਿਆਂ ਦੀ ਉਮਰਾਂ 30-30 ਸਾਲ 35-35 ਸਾਲ ਈਵਨ 40-40 ਸਾਲ ਜਾਣੀ ਕਿ ਹੋ ਗਈਆਂ ਤੇ ਬੱਚੇ ਬੜੇ ਪੜ੍ਹੇ ਲਿਖੇ ਵੀ ਹੈ, ਕੋਈ ਅਕਾਊਂਟੈਂਟ ਹੈ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ। ਇਹ ਕੀ ਕਾਰਨ ਹੈ? ਅੱਜ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਮੈਂ ਚਾਹੁੰਦਾ ਕਿ ਤੁਸੀਂ ਟੂ ਦੀ ਪੁਆਇੰਟ ਜਾਨੀ ਗੱਲ ਕਰੋ ਤਾਂ ਕਿ ਵੱਧ ਤੋਂ ਵੱਧ ਕਾਲਸ ਮੈਂ ਲੈ ਸਕਾਂ। ਤੇ ਜਿਹੜਾ ਹੈਗਾ ਟੈਲੀਫੋਨ ਨੰਬਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ 0300 770 2246। हाँ जी, कौन थे जी, कित्थों बोलते हैं जी? वेलकम है जी। हरीश, गुड इवनिंग, दिस इज अवतार मांगट। हाँ जी अवतार जी, बहुत बहुत मेहरबानी। तुसीं की कहना चाहोगे इस बड़े गंभीर मसले बारे? देखो जी, इशू जिहड़ा हैगा तुहानूं इफ वी गो फ्यू ईयर्स बैक, हाँ जी 40-50 साल की गल कर ला मैं। हाँ जी हाँ जी हाँ जी हाँ जी अपने भी विआह होए सीगे। हाँ जी हाँ जी हाँ जी हाँ जी। ते ਜਿਹੜੇ ਆਪਣੇ ਵਿਆਹ ਸਿਸਟਮ ਸੀਗਾ ਉਹ ਇਹ ਸੀਗਾ ਵੀ ਅਸੀਂ ਸਾਡੀ ਥਿੰਕਿੰਗ ਪ੍ਰੋਸੈਸ ਇਹ ਸੀ ਵੀ ਜੋ ਸਾਡੇ ਪੇਰੈਂਟਸ ਕਰਦੇ ਸੀਗੇ ਤੇ ਅਸੀਂ ਜਿਹੜੀ ਸੁਸਾਇਟੀ 'ਚ ਸੀਗੇ ਉਹ ਰੈਕਨਸਾਈਲ ਕਰਦੇ ਸੀਗੇ। ਹਾਂਜੀ, ਕਈ ਪੇਰੈਂਟਸ ਕਰਦੇ ਸੀ, ਕਈ ਨਹੀਂ ਸੀ ਕਰਦੇ। ਬਿਲਕੁਲ। ਮੈਂ ਪਰਸਨਲੀ ਆਪਣੀ ਗੱਲ ਕਰਾਂ, ਮੇਰੇ ਪੇਰੈਂਟਸ ਵੈਰੀ ਫਾਰਵਰਡ ਲੁਕਿੰਗ ਸੀਗੇ ਤੇ ਉਹ ਮੰਨਦੇ ਸੀਗੇ ਵੀ ਚੋਇਸ ਲੜਕੇ ਨੇ ਜਾਂ ਲੜਕੀ ਨੇ ਜ਼ਿੰਦਗੀ ਕੱਟਣੀ ਆ ਤੇ ਅਸੀਂ ਉਹਨਾਂ ਦੀ ਖੁਸ਼ੀ ਸੋਚੀਏ। बिल्कुल भी they should make the final decision। हाँ जी हाँ जी। ਤੇ ਮੈਂ ਜਦੋਂ ਵਿਆਹ ਕੀਤਾ ਤੇ I saw my wife and my wife saw me, my father-in-law and ਉਹਨਾਂ ਦੀ ਫੈਮਿਲੀ ਉਹ ਵੀ ਇਹਨਾਂ ਖਿਆਲਾਂ ਦੇ ਸੀ ਵੀ ਲੜਕੀ ਵੀ ਸ਼ਕਤੀ ਹੋਵੇ, ਲੜਕੀ ਦੀ ਵੀ ਸੇ ਹੋਣੀ ਚਾਹੀਦੀ ਹੈ ਵੀ ਉਹ ਜੋ ਜੋਸ਼ ਹੋਵੇ ਜਿੱਦਾਂ ਵੀ ਤੁਸੀਂ ਸਿਸਟਮ 'ਚ ਹੈਗਾ ਉਹ ਫਿਰ ਉਹਦੀ ਵੀ ਡਿਸੀਜਨ ਹੋ ਜਾਵੇ whether to go ahead with this marriage or not। ਹਾਂਜੀ ਹਾਂਜੀ। ਤੇ ਸਾਡੀ ਇਹ ਸੀਗੀ ਵੀ we both agreed and we went through that marriage। ਠੀਕ ਹੈ। ਮਗਰ ਸਾਡਾ ਜਿਹੜਾ ਵੈਲਿਊ ਸਿਸਟਮ ਉਹ ਉਹੀ ਸੀਗਾ, ਸੋਚਣ ਦਾ ਸੀਗਾ ਵੀ ਜਿੰਨਾਂ ਨਾਲ ਅਸੀਂ ਅੱਜ ਵਿਆਹ ਕਰਾ ਰਹੇ ਹਾਂ ਬਿਕੋਜ਼ ਅਸੀਂ ਆਪਣੀ ਪਸੰਦ ਨਾਲ ਕਰਾ ਰਹੇ ਹਾਂ, ਆਪਣਾ ਦੇਖ ਕੇ ਕਰਾ ਰਹੇ ਹਾਂ, ਗੱਲਬਾਤ ਕਰਕੇ ਕਰਾ ਰਹੇ ਹਾਂ ਤੇ ਫਿਰ ਇਹ ਸਾਡਾ ਜਿਹੜਾ ਨਾਤਾ ਹੈਗਾ ਜ਼ਿੰਦਗੀ ਦਾ ਨਾਤਾ। ਹਾਂਜੀ ਹਾਂਜੀ, ਠੀਕ ਨਹੀਂ, ਜਿਹੜਾ ਆਪਾਂ ਨਿਭਾਉਂਦੇ ਸੀਗੇ। ਹੁਣ ਮੈਂ ਇੱਥੋਂ ਬ੍ਰਿਟਨ ਤੋਂ ਵਿਆਹ ਕਰਾਉਣ ਗਿਆ ਸੀ ਆਪਣੇ ਘਰ। ਹਾਂਜੀ ਰਾਈਟ। ਉਦੋਂ ਵੀ ਜਦੋਂ ਅਸੀਂ ਆਏ ਸੀਗੇ ਤੇ ਅਸੀਂ ਇਕੱਲੇ ਸੀਗੇ, ਸਾਡੇ ਪੇਰੈਂਟਸ ਵੀ ਨਾਲ ਨਹੀਂ ਸੀਗੇ। ਕਈ ਵਾਰੀ ਇਹ ਹੁੰਦਾ ਸੀ ਤੁਸੀਂ ਕੰਮ ਕਰਦੇ ਸੀ, ਪੈਸੇ ਕਮਾ ਕੇ ਜਮ੍ਹਾਂ ਕਰਦੇ ਸੀਗੇ ਤੇ ਫਿਰ ਵਾਪਸ ਜਿੱਥੋਂ ਵੀ ਤੁਸੀਂ ਆਏ ਹੋ ਉੱਥੇ ਵਿਆਹ ਕਰਵਾਉਣ ਜਾਂਦੇ ਸੀਗੇ। ਹਾਂਜੀ ਹਾਂਜੀ, ਠੀਕ ਨਹੀਂ। ਹੁਣ ਦੇਖੋ ਆਪਾਂ ਨੂੰ 50-50 60-60 ਸਾਲ ਇੱਥੇ ਹੋ ਗਏ ਨੇ। ਜਿਹੜੇ ਸਾਡੇ ਬੱਚੇ ਨੇ ਉਹ ਉਹਨਾਂ ਨੂੰ ਦਿਸ ਇਜ਼ ਦੀ ਸੈਕੰਡ ਜਨਰੇਸ਼ਨ, ਕਿਉਂ ਥਰਡ ਜਨਰੇਸ਼ਨ ਹੋ ਗਏ ਨੇ। ਬਿਲਕੁਲ ਜੀ ਬਿਲਕੁਲ। ਐਂਡ ਉਹ ਐਕਸਪੋਜ਼ਰ ਉਹਨਾਂ ਦਾ ਸਿਸਟਮ ਨੂੰ ਇਹ ਹੈਗਾ ਵੀ ਇਹ ਜਿਹੜੇ ਇੱਥੇ ਦੇ ਆਪਾਂ ਇੱਥੇ ਰਹਿ ਰਹੇ ਹਾਂ, ਇੱਥੇ ਦੇ ਜਿਹੜੇ ਕੁਝ ਕਲਚਰ ਆ, ਇੱਥੇ ਦੀ ਸੁਸਾਇਟੀ ਆ, ਜੇ ਆਪਾਂ ਕਹੀਏ ਨਾ ਵੀ ਉਹਨਾਂ ਨੂੰ ਨਹੀਂ ਅਸੀਂ ਉਹ ਤਾਂ ਸਾਡੇ ਵਿੱਚ ਰਹਿੰਦੇ ਨੇ ਵੀ ਉਹਨਾਂ ਦੇ ਕੋਈ ਇਨਫਲੂਐਂਸ ਨਹੀਂ ਹੈਗਾ। ਇਨਫਲੂਐਂਸ ਬਹੁਤ ਹੈਗਾ। ਦੇਖੋ ਤੁਸੀਂ ਕਿਹੜੇ ਸਕੂਲਾਂ 'ਚ ਜਾਂਦੇ ਨੇ ਉਹ, ਕਈ ਵਾਰੀ ਹੁੰਦੇ ਨੇ ਬੱਚੇ ਸਾਰੇ ਪ੍ਰੀਡੋਮੀਨੈਂਟਲੀ ਜਿਹੜੀ ਉਹ ਕਮਿਊਨਿਟੀ ਤੋਂ ਬਿਲੋਂਗ ਕਰਦੇ ਨੇ ਉੱਥੇ ਦੇ ਬੱਚੇ ਹੁੰਦੇ ਨੇ। ਹਾਂਜੀ ਹਾਂਜੀ। ਮਗਰ ਉਹਨਾਂ ਦੀ ਐਕਸਪੋਜ਼ਰ ਕਿਹਨੂੰ ਹੁੰਦੀ ਆ? ਇਕੱਲੇ ਘਰ ਨੂੰ ਨਹੀਂ ਹੁੰਦੀ। ਕਿੰਨੇ ਸਾਡੇ ਯੰਗ ਬੱਚੇ ਵੀ ਜਿਹੜੇ ਪੇਰੈਂਟਸ ਨੇ, ਪੇਰੈਂਟਸ ਨੂੰ ਰਿਫਿਊਟ ਕਰਦੇ ਨੇ। ਪੇਰੈਂਟਸ ਆਮ ਆਪਣੇ ਕਹਿੰਦੇ ਨਹੀਂ ਹੈਗੇ ਉਹ ਯਾਰ ਜਦੋਂ ਸਾਡੇ ਘਰ ਕੋਈ ਬੰਦਾ ਆਉਂਦਾ ਬੱਚੇ ਆਉਂਦੇ ਹੀ ਨਹੀਂ ਥੱਲੇ। ਬਿਲਕੁਲ ਠੀਕ ਨਹੀਂ। ਅੱਛਾ, ਉਹ ਕਿਉਂ ਨਹੀਂ ਆਉਂਦੇ? ਬਿਕੋਜ਼ ਉਹਨਾਂ ਦੇ ਇਸ਼ੂਜ਼ ਨੇ ਤੇ ਸਰਟਨ ਥਿੰਗਸ ਵਿਚ ਆਰ ਨਾਟ ਵੈਰੀ ਕਾਮਨ ਵਿਦ ਦੀ ਪੇਰੈਂਟਸ ਥਿੰਕਿੰਗ ਐਂਡ ਜਿਹੜੀ ਬੱਚਿਆਂ ਦੀ ਥਿੰਕਿੰਗ ਹੈ। ਓਕੇ, ਬਾਕੀ ਜਿਹੜੀ ਟੈਲੀਵਿਜ਼ਨ ਦੇਖਦੇ ਨੇ, ਟੈਲੀਵਿਜ਼ਨ ਤੇ ਕੀ ਕਲਚਰ ਦੇਖਦੇ ਨੇ, ਸਟਰੀਟਸ ਤੇ ਜਾਂਦੇ ਨੇ ਉੱਥੇ ਕੀ ਕਲਚਰ ਦੇਖਦੇ ਨੇ, ਜਿਹੜੇ ਪੋਸਟਰਸ ਲੱਗੇ ਨੇ ਉੱਥੇ ਕੀ ਕਲਚਰ ਦੇਖਦੇ ਨੇ, ਜਿਹੜੇ ਬਾਕੀ ਸਕੂਲਾਂ ਜਾਂਦੇ ਨੇ ਗੱਲਾਂ ਜਿਹੜੀਆਂ ਕਰਦੇ ਨੇ ਉਹ ਕੀ ਕਲਚਰ ਦੇਖਦੇ ਨੇ, ਜਿਹੜੇ ਕਾਰਡ ਦੇਖਦੇ ਨੇ ਜਾਂ ਹੋਰ ਚੀਜ਼ਾਂ ਨੂੰ ਐਕਸਪੋਜ਼ਰ ਉਹਨਾਂ ਦੀ ਹੁੰਦੀ ਆ, ਗੇਮਸ 'ਚ ਐਕਸਪੋਜ਼ਰ ਹੁੰਦੀ ਆ, ਉਹ ਸਾਰੀਆਂ ਚੀਜ਼ਾਂ ਦਾ ਉਹਨਾਂ ਦਾ ਥਿੰਕਿੰਗ ਪ੍ਰੋਸੈਸ ਤੇ ਅਸਰ ਪੈਂਦਾ। ਉਹਨਾਂ ਦੇ ਇੰਟਰਸਟ ਬਣਦੇ ਨੇ। ਹਾਂਜੀ ਹਾਂਜੀ, ਠੀਕ ਨਹੀਂ। ਉਹ ਜਿਹੜੇ ਇੰਟਰਸਟ ਬਣਦੇ ਨੇ ਫਿਰ ਜਦੋਂ ਅਸੀਂ ਠੋਸਦੇ ਹਾਂ ਉਹਨਾਂ ਤੇ
ਵੀ ਤੂੰ ਇਹਦੇ ਨਾਲ ਵਿਆਹ ਕਰਾਉਣਾ, ਸਾਡੀ ਕਮਿਊਨਿਟੀ 'ਚ ਵਿਆਹ ਕਰਾਉਣਾ, ਸਾਡੀ ਇਹਦੇ ਨਾਲ ਸਾਡੀ ਕਮਿਊਨਿਟੀ ਇਹ ਹੈਗੀ ਆ, ਇਹ ਅਸੀਂ ਗਰੁੱਪ ਨੂੰ ਬਿਲੋਂਗ ਕਰਦੇ ਆ, ਇਹ ਗਰੁੱਪ ਦੇ ਵਿੱਚ ਇਹ ਵਿਆਹ ਕਰਾਉਣਾ। ਉਹ ਕਹਿੰਦੇ ਯਾਰ ਅਸੀਂ ਜਦੋਂ ਸਕੂਲਾਂ ਜਾਂਦੇ ਹਾਂ ਸਾਰੇ ਇਕੱਠੇ ਬੈਠਦੇ ਹਾਂ, ਸਾਰੇ ਸਾਡੇ ਫਰੈਂਡਸ ਵੀ ਘਰ ਆਉਂਦੇ ਨੇ, ਉਦੋਂ ਕੋਈ ਕਮਿਊਨਿਟੀ ਦੀ ਗੱਲ ਨਹੀਂ ਹੁੰਦੀ। ਤੇ ਹੁਣ ਵਿਆਹ ਕਰਾਉਣ ਨੂੰ ਕਮਿਊਨਿਟੀ ਅਸੀਂ ਸਬ ਡਿਵਾਈਡ ਕਰੀ ਜਾ ਰਹੇ ਹਾਂ, ਸਾਰੇ ਕਰਦੇ ਨੇ। ਹਾਂਜੀ ਹਾਂਜੀ, ਠੀਕ ਨਹੀਂ। ਉਹ ਜਿਹੜਾ ਕੌਨਫਲਿਕਟ ਸਿਚੁਏਸ਼ਨ ਹੁੰਦਾ ਉਹ ਵੀ ਇੱਕ ਬਹੁਤ ਵੱਡਾ ਫੈਕਟਰ। ਜਿਹੜੇ ਵਿਆਹ ਸ਼ਾਦੀਆਂ ਕਰਾਉਣ ਜਾਣ, ਆਪਾਂ ਆਈ ਐਮ ਨਾਟ ਐਨ ਐਕਸਪਰਟ, ਯੂ ਆਰ ਨਾਟ ਐਕਸਪਰਟ, ਅਸੀਂ ਸਾਡੇ ਐਕਸਪੀਰੀਅੰਸਿਸ ਤੋਂ ਗੱਲ ਕਰਦੇ ਹਾਂ ਵੀ ਕੀ ਕਿਹਦਾ ਸੋ ਮੈਨੀ ਫੈਕਟਰਸ ਜਿਹੜੇ ਬੱਚੇ ਕਿਉਂ ਕਈ ਬੱਚੇ ਕੁਝ ਬੱਚੇ ਵਿਆਹ ਨਹੀਂ ਕਰਾਉਂਦੇ। ਅੱਛਾ ਹੋਰ ਕੀ ਗੱਲ ਹੈ? ਇੱਕ ਤਾਂ ਵਿਆਹ ਦੀ ਗੱਲ ਹੋ ਗਈ, ਇੱਕ ਹੁੰਦੀ ਅੱਜ ਕੱਲ੍ਹ ਹੈਗੀ ਹੈ ਕੋਹੈਬਿਟੇਸ਼ਨ। ਬਿਲਕੁਲ ਬਿਲਕੁਲ 10 ਸਾਲ ਪਹਿਲਾਂ ਕੋਹੈਬਿਟੇਸ਼ਨ ਵਾਸ ਫਰਾਊਂਡ ਅਪਨ, ਅੱਜ ਐਕਸੈਪਟੇਬਲ ਆ। ਆਪਣੇ ਕਿੰਨੇ ਬੱਚੇ ਨੇ ਪ੍ਰੀ ਮੈਰਿਟਲ ਸਟੇਟਸ ਦੇ ਵਿੱਚ ਇਕੱਠੇ ਰਹਿ ਰਹੇ ਨੇ, ਪੇਰੈਂਟਸ ਵੀ ਐਕਸੈਪਟ ਕਰਦੇ ਨੇ ਉਸ ਨੂੰ, ਠੀਕ ਨਹੀਂ। ਦੇਰ ਆਰ ਸੋ ਮੈਨੀ ਫੈਕਟਰਸ। ਐਂਡ ਫਿਰ ਇਹ ਗੱਲ ਹੈ ਇੱਥੇ ਦੇ ਅੱਜ ਕੱਲ੍ਹ ਇਹ ਰਿਵਾਜ ਹੈਗਾ ਵੀ ਮੈਰਿਜ ਇਜ਼ ਨਾਟ ਅ ਨੈਸੈਸਿਟੀ। ਬਿਲਕੁਲ ਬਿਲਕੁਲ ਬਿਲਕੁਲ। ਤੁਸੀਂ ਉਹ ਵਾਊਜ਼ ਲੈ ਲੈਣੇ ਕਿ ਉਹ ਜ਼ਰੂਰੀ ਆ। ਹੁਣ ਇੱਕ ਹੋਰ ਗੱਲ ਹੈ, ਕਈ ਵਾਰੀ ਕਈ ਰਿਲੀਜੀਅਸ ਗਰੁੱਪਸ ਦੇ ਵਿੱਚ ਹੈਗਾ ਬਈ ਤੁਸੀਂ ਦੂਸਰੇ ਰਿਲੀਜੀਅਸ ਗਰੁੱਪ ਦਾ ਬੰਦਾ ਤੁਸੀਂ ਰਿਲੀਜੀਅਸ ਵੈਡਿੰਗ ਨਹੀਂ ਕਰਦੇ ਉਹ। ਹਾਂਜੀ ਹਾਂਜੀ ਹਾਂਜੀ, ਠੀਕ ਨਹੀਂ। ਹੁਣ ਜਿਹੜੇ ਬੱਚੇ ਕਹਿੰਦੇ ਓਕੇ ਨਾ ਕਰੋ, ਅਸੀਂ ਆਪਣੀ ਰਜਿਸਟਰੀ ਵੈਡਿੰਗ ਕਰ ਰਹੇ ਹਾਂ, ਜਾਂ ਅਸੀਂ ਵੀ ਲਵ ਈਚ ਅਦਰ, ਵੀ ਵਾਂਟ ਟੂ ਲਿਵ, ਵੀ ਵਾਂਟ ਟੂ ਲਿਵ ਟੁਗੇਦਰ, ਵਾਟ ਡਿਫਰੈਂਸ ਡਜ਼ ਇਟ ਮੇਕ? ਬਿਲਕੁਲ ਬਿਲਕੁਲ ਥਿੰਕਿੰਗ ਪ੍ਰੋਸੈਸ ਆ। ਬਿਕੋਜ਼ ਹੁਣ ਜਿਹੜੀ Britain is not a very religious society, though it's mainly and predominantly Christian society. But religiously they are not the ਹੈਗੇ ਵੀ staunch religious ਬੰਦੇ ਨੇ। ਬਿਲਕੁਲ ਬਿਲਕੁਲ। ਜਿਹੜੇ ਆਪਣੇ ਬੱਚੇ ਨੇ, ਮੈਂ ਤਾਂ ਆਪਣੇ ਬੱਚੇ ਜਿਹੜੇ ਸਿੱਖ ਐਂਡ ਹਿੰਦੂ ਬੱਚੇ ਮੈਜੋਰਿਟੀ ਮੈਂ ਕਹਾਂਗਾ, they are not staunch ਆਪਣੇ ਹੈਗੇ ਨੇ ਜਿਹੜੇ ਕਿ ਰਿਲੀਜੀਅਸ ਬੰਦੇ, ਠੀਕ ਨਹੀਂ। ਰਿਲੀਜੀਅਸ ਮੀਨਸ ਵੀ ਐਨੀ ਵੀ ਇਫ ਯੂ ਆਰ ਬੋਰਨ ਵਿਦ ਸਮਥਿੰਗ ਯੂ ਬਿਲੀਵ ਇਨ ਦੈਟ, ਬਟ ਯੂ ਆਰ ਨਾਟ ਸੇਇੰਗ ਵੀ ਲਕੀਰ ਦੇ ਫਕੀਰ ਅਸੀਂ ਹੈਗੇ ਆ। ਦੇ ਕੈਨ ਥਿੰਕ ਫॉर themselves and they can make decisions for themselves, ਠੀਕ ਨਹੀਂ, and see what is right for them. ਸੋ ਉਹ ਜਿਹੜੇ ਇਸ਼ੂਜ਼ ਨੇ ਵੈਰੀ ਵੈਰੀ ਕ੍ਰੂਸ਼ੀਅਲ ਇਸ਼ੂਜ਼ ਨੇ। ਬਾਕੀ ਜਿਹੜੀ ਹੋਰ ਗੱਲ, ਹੁਣ ਤੁਹਾਨੂੰ ਵੀ ਪਤਾ ਟੈਲੀਵਿਜ਼ਨ ਤੇ ਅਖਬਾਰਾਂ 'ਚ ਮੈਟਰੀਮੋਨੀਅਲ ਲੱਗਦੇ ਨੇ, ਉਹਨਾਂ ਦੇ ਚੋਇਸ ਕੌਣ ਲਾਉਂਦਾ ਹੈਗਾ? ਜਿਹੜੇ ਬੱਚੇ ਅਫੈਕਟਡ ਨੇ, ਜਿਨ੍ਹਾਂ ਨੇ ਵਿਆਹ ਕਰਾਉਣਾ, ਸ਼ਾਦੀ ਕਰਾਉਣੀ ਆ, ਉਹ ਕਰਦੇ ਨੇ ਜਾਂ ਉਹਨਾਂ ਦੇ ਮਾਂ-ਬਾਪ ਉੱਥੇ ਰਜਿਸਟਰ ਕਰਦੇ ਨੇ? ਬਿਲਕੁਲ ਬਿਲਕੁਲ। ਸੋ ਜਿਹੜੇ ਬਿਗ ਕਨਫਲਿਕਟ, ਜਿਹੜੇ ਪੇਰੈਂਟਸ ਦੀਆਂ ਐਕਸਪੈਕਟੇਸ਼ਨਸ ਐਂਡ ਰਿਐਲਿਟੀ ਦੁਨੀਆ 'ਚ ਜ਼ਿੰਦਗੀ ਇੱਥੇ ਆਪਣੇ ਬੱਚਿਆਂ ਦੀ ਕੀ ਹੈਗੀ ਆ, ਐਂਡ ਤੁਸੀਂ ਉਹਨਾਂ ਨੂੰ ਸੋਚਣ ਦੀ ਕੋਸ਼ਿਸ਼ ਕਰੋ, ਉਹਨਾਂ ਨੂੰ ਸਮਝਣ ਦੀ ਆਪਾਂ ਜੇ ਕੋਸ਼ਿਸ਼ ਕਰੀਏ, ਤੁਸੀਂ ਉਹਨਾਂ ਤੋਂ ਦੂਰ ਨਹੀਂ ਹੋਵੋਗੇ ਇੰਨੇ, ਬਿਕੋਜ਼ ਦੇ ਆਰ। ਦੇਖੋ ਜਦੋਂ ਯੂਨੀਵਰਸਿਟੀਆਂ 'ਚ ਬੱਚੇ ਜਾਂਦੇ ਨੇ, ਆਈ ਨੋ ਸਾਰੇ ਨਹੀਂ ਜਾਂਦੇ, ਮਗਰ ਕਿਸੇ ਲੈਵਲ ਤੱਕ ਤਾਂ ਜਾਂਦੇ ਕੰਮ ਕਰਦੇ ਨੇ, ਉੱਥੇ ਕਿਸੇ ਦਾ ਲਾਫਾ ਫੇਰ ਹੋ ਜਾਂਦਾ ਹੈ। ਹਾਂਜੀ ਹਾਂਜੀ। ਐਂਡ ਦੇ ਵਾਂਟ ਟੂ ਮੈਰੀ, ਦੈਨ ਪੇਰੈਂਟਸ ਸੇ ਸੌਰੀ ਯੂ ਕਾਂਟ ਮੈਰੀ ਜਾਂ ਯੂ ਕਾਂਟ ਮੀਟ। ਫਿਰ ਉਹ ਕਹਿੰਦੇ ਨੇ ਓਕੇ ਆਲਰਾਈਟ ਇਫ ਆਈ ਕਾਂਟ ਮੀਟ, ਫਿਰ ਦੇ ਕੈਰੀ ਔਨ ਮੀਟਿੰਗ। ਬੱਚਾ 30 ਸਾਲ ਦਾ ਹੁੰਦਾ, 32 ਸਾਲ ਦਾ, ਉਹ ਕਹਿੰਦੇ ਯਾਰ ਉਹਨਾਂ ਨੇ ਵਿਆਹ ਹੀ ਨਹੀਂ ਕਰਾਇਆ, ਉਹ ਕਹਿੰਦੇ ਅਸੀਂ ਕਰਾਉਣਾ ਨਹੀਂ, ਬਟ ਦੇ ਕੀਪ ਮੀਟਿੰਗ। ਬਿਲਕੁਲ ਬਿਲਕੁਲ। ਰਿਲੇਸ਼ਨਸ਼ਿਪ ਦਾ ਉਹਨਾਂ ਹੈਗਾ। ਜਾਂ ਹੋਰ ਦਿੱਕਤ ਬੱਚੇ ਨੇ, ਹੁਣ ਦੇਖੋ ਜਿਹੜਾ ਪਹਿਲਾਂ ਅਰੇਂਜ ਮੈਰਿਜ ਸੀਗਾ, ਤੁਸੀਂ ਜੋ ਮਰਜ਼ੀ ਕਰ ਦਿਓ, ਜਿਹਨੂੰ ਮਰਜ਼ੀ ਬਿਠਾ ਦਿਓ, ਵਿਆਹ ਹੋ ਗਿਆ। ਬਹੁਤ ਲੜਕਾ ਵੀ ਹੈ ਲੜਕੀ ਵੀ, ਕਿਸੇ ਨੇ ਕ੍ਰਾਈਟੀਰੀਆ ਨਹੀਂ ਦੇਖਣਾ ਵੀ ਇਹ 'ਚ ਕੀ ਕੈਪੇਬਿਲਿਟੀਜ਼ ਨੇ, ਇਹਦੇ ਕੀ ਇੰਟਰਸਟ ਨੇ, ਜਾਂ ਇਹਦੇ 'ਚ ਕੋਈ ਡਿਸੇਬਿਲਿਟੀ ਹੈ, ਜਾਂ ਇਹਦੀ ਪਰਸਨੈਲਿਟੀ ਡਿਫੈਕਟ ਹੈ, ਡਿਫਾਰਮਿਟੀ ਹੈ ਕੋਈ ਨਹੀਂ। ਉਹ ਕਹਿੰਦੇ ਮੁੰਡਾ ਤਾਂ ਬੜਾ ਸੋਹਣਾ ਲੱਗਦਾ, ਲੜਕੀ ਵੀ ਸੋਹਣੀ ਲੱਗਦੀ ਹੈ, ਵਟ ਐਵਰ, ਯੂ ਨੋ। ਉਹਨਾਂ ਦਾ ਜੀ ਵਿਆਹ ਕਰ ਦਿੰਦੇ ਸੀਗੇ, ਚਲੋ ਉਹਨਾਂ ਦਾ ਵਿਆਹ ਚੱਲੀ ਜਾਂਦਾ ਸੀ ਜਿੱਦਾਂ ਵੀ ਚੱਲੀ ਜਾਂਦਾ ਸੀਗਾ। ਮਗਰ ਅੱਜ ਕੱਲ੍ਹ ਇਫ ਯੂ ਆਰ ਨਾਟ ਐਨ ਐਕਸਟਰੋਵਰਟ, ਇਫ ਯੂ ਆਰ ਨਾਟ ਆਊਟਗੋਇੰਗ, a boy or a girl, how are you find that girl, how are you going to find that girl or a boy? ਬਿਲਕੁਲ ਬਿਲਕੁਲ। ਅੱਛਾ ਜਦੋਂ ਤੁਸੀਂ ਫਾਈਂਡ ਨਹੀਂ ਕਰਨੀ ਜਾਣਾ ਤੇ ਘਰੇ ਬੈਠੇ ਰਹਿਣਾ, ਤੇ ਫਿਰ ਯੂ ਆਰ ਨਾਟ ਐਕਸਪੋਜ਼ਡ ਟੂ ਦੇ ਅਦਰ ਜਿਹੜੇ ਪਾਰਟਨਰ ਜਿਹੜੇ ਤੁਸੀਂ ਚਾਹੁੰਦੇ ਹੋ, ਤੁਹਾਡੀ ਡਿਜ਼ਾਇਰ ਸ਼ਾਇਦ ਹੋਵੇ, ਮਗਰ ਯੂ ਡੋਂਟ ਗੈਟ ਮੈਰਿਡ। ਐਂਡ ਇਹ ਵੀ ਬਹੁਤ ਇਸ਼ੂ ਨੇ। ਇੱਕ ਹੋਰ ਇਸ਼ੂ ਹੈਗਾ ਵਿੱਚ ਸਾਡੇ ਸਕੂਲਾਂ 'ਚ ਅਸੀਂ ਦੇਖਦੇ ਸੀਗੇ, ਪੇਰੈਂਟਸ ਆਉਂਦੇ ਸੀ, ਬੜਾ ਕਹਿੰਦੇ ਸੀਗੇ, ਉਹ ਕਹਿੰਦੇ ਸੀਗੇ ਵੀ ਸਾਡਾ ਬੱਚਾ ਰਾਤ ਨੂੰ ਜਾਗਦਾ, ਸਾਰਾ ਦਿਨ ਸੁੱਤਾ ਰਹਿੰਦਾ। ਮੈਨੂੰ ਵੀ ਕਈ ਲੋਕਾਂ ਨੇ ਅਪਰੋਚ ਕੀਤਾ ਇਸ ਗੱਲ ਲਈ। ਯੈਸ ਜੀ। ਤੇ ਉਹ ਕੀ ਗੱਲ ਸੀਗੀ, ਉਹ ਕਹਿੰਦੇ ਜਦੋਂ ਕਿਸੇ ਪੁੱਛਣਾ ਜੀ ਵੀ ਤੁਸੀਂ ਮਿਸਟਰ ਮੰਗਟ ਤੁਸੀਂ ਗੱਲ ਕਰੋ ਤਾਂ ਇਹਦੇ ਨਾਲ, ਤੇ ਅਸੀਂ ਜੇ ਗੱਲ ਕਰਨੀ ਤੇ ਉਹਨਾਂ ਨੇ ਕਹਿਣਾ ਵੀ ਅਸੀਂ ਤੇ ਵੀ ਰਾਤ ਨੂੰ ਅਸੀਂ ਸਵੇਰ ਨੂੰ ਕੀ ਹੈਗਾ, ਦੇयर इज नथिंग, ਕੋਈ ਇੰਟਰਸਟ ਨਹੀਂ ਹੈ ਸਾਨੂੰ ਕਿਸੇ ਵੀ ਚੀਜ਼ 'ਚ। ਐਂਡ ਜਾਂ ਫਿਰ ਕੋਈ ਗੇਮਸ ਖੇਡਦੇ ਰਾਤ ਨੂੰ, ਮੈਂ ਫਲਾਣੀ ਗੇਮਸ ਦਾ ਜਾਂ ਫਲਾਣੇ ਦਾ ਮੈਨੇਜਰ ਆ ਮੈਂ, you know, so they're doing that sort of thing, and ਬਾਹਰ ਤਾਂ ਜਾਣਾ ਨਹੀਂ, ਘਰੇ ਬੈਠੇ ਰਹਿਣਾ, ਠੀਕ ਨਹੀਂ। so how do you reconcile that? so brother, there are so many issues। and ਇੱਕ ਗੱਲ ਹੈ, ਹੁਣ ਇੱਕ ਪਹਿਲਾਂ ਸੀਗਾ
ਜਿਹੜੇ ਹੁਣ ਇੱਕ ਵਿਦ ਇਨ ਸਰਟਨ ਕਮਿਊਨਿਟੀਜ਼ ਮੈਰਿਜਸ ਹੁੰਦੀਆਂ ਨੇ ਕਜ਼ਨ ਮੈਰਿਜਸ। ਹਾਂਜੀ ਹਾਂਜੀ। ਹੁਣ ਉਹ ਕਜ਼ਨ ਦੇ ਨਾਲ ਵਿਆਹ ਕਰਾਉਣਾ ਤੇ ਕਜ਼ਨ ਜੇ ਦੂਸਰੇ ਮੁਲਕ 'ਚ ਜੇ ਉਹਨਾਂ ਨੇ ਕਹਿਤੇ ਵੀ ਉਸ ਕਜ਼ਨ ਨਾਲ ਉਹ ਦੂਸਰੇ ਮੁਲਕ 'ਚੋਂ ਲੜਕਾ ਜਾਂ ਲੜਕੀ ਲਿਆਉਂਦੇ ਨੇ, ਉਹਦੀ ਕੰਪੈਟੇਬਿਲਿਟੀ ਦੇਖੋ ਕਿੰਨੀ ਹੈਗੀ ਹੈ। ਕੰਪੈਟੇਬਿਲਿਟੀ ਤਾਂ ਹੁੰਦੀ ਨਹੀਂ ਉਹਦੀ, ਬਿਕੋਜ਼ ਜਿਹੜਾ ਬੱਚਾ ਇੱਥੇ ਪੈਦਾ ਹੋਇਆ, ਇੱਥੇ ਪਲਿਆ, ਉਹਦੇ ਐਕਸਪੈਕਟੇਸ਼ਨਸ, ਉਹਦੇ ਡਿਜ਼ਾਇਰਸ, ਉਹਦੀਆਂ ਫੀਲਿੰਗਸ, ਇਮੋਸ਼ਨਸ ਡਿਫਰੈਂਟ ਨੇ ਐਜ਼ ਕੰਪੇਅਰ ਟੂ ਉੱਥੋਂ। ਅੱਛਾ, ਜੇ ਕਈ ਵਾਰੀ ਸਾਡੇ ਲੋਕੀ ਕਹਿੰਦੇ ਨੇ ਵੀ ਉੱਥੇ ਇੰਡੀਆ 'ਚ ਬੜਾ ਸੋਹਣਾ ਹੋ ਜਾਂਦਾ, ਵੀ ਇੰਡੀਆ 'ਚ ਕਿੱਦਾਂ, ਉੱਥੇ ਵੀ ਚੇਂਜਿਸ ਆ ਰਹੀਆਂ ਨੇ। ਬਿਲਕੁਲ ਬਿਲਕੁਲ ਆਈਆਂ। ਸਭ ਤੋਂ ਭੈੜੀ ਗੱਲ ਮੈਨੂੰ ਇਹ ਲੱਗਦੀ ਹੈ ਕਈ ਵਾਰੀ ਜਦੋਂ ਫਿਰ ਇੱਥੇ ਕੋਈ ਇੰਸਟੀਟਿਊਟਸ ਨੇ, ਜਦੋਂ ਵੈਦਰ ਇਟਸ ਲੜਕੀ ਜਾਂ ਲੜਕਾ, ਉਹਨਾਂ ਦੇ ਕੋਈ ਡਿਸੇਬਿਲਿਟੀ ਆ, ਕੋਈ ਵੀ ਡਿਸੇਬਿਲਿਟੀ ਆ, ਉਹ ਫਿਰ ਉਹ ਡਿਸੇਬਿਲਿਟੀ ਨੂੰ ਹਾਈਡ ਕਰਕੇ ਇੰਡੀਆ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਉਹਨਾਂ ਮੁਲਕਾਂ 'ਚ ਜਾ ਕੇ ਆਪਣੇ ਬੱਚੇ ਦਾ ਵਿਆਹ ਕਰਦੇ ਨੇ। ਹਾਂਜੀ ਹਾਂਜੀ, ਠੀਕ ਨਹੀਂ? ਅੱਛਾ, ਉੱਥੋਂ ਫਿਰ ਕਹਿੰਦੇ ਨੇ ਵੀ ਅਸੀਂ ਕਿਸੇ ਗਰੀਬ ਦੀ ਮਦਦ ਕੀਤੀ ਆ। ਦਿਸ ਇਜ਼ ਸੱਚ ਅ ਡਿਸਗ੍ਰੇਸਫੁਲ ਐਕਸਕਿਊਜ਼, ਬਿਕੋਜ਼ ਉਹ ਲੜਕੀ ਜਾਂ ਲੜਕੇ ਦੀ ਜ਼ਿੰਦਗੀ ਖਰਾਬ ਕੀਤੀ ਜਾਂਦੀ ਹੈ ਫਿਊਚਰ। ਐਂਡ ਆਈ ਨੋ ਸਮ ਕੁਆਇਟ ਅ ਫਿਊ ਪੇਰੈਂਟਸ, ਮੇਰੇ ਵੀ ਇਨ ਮਾਈ ਲਾਈਫ 40 years of teaching and being a head teacher, I know ਵੀ ਕਿੰਨੇ ਬੰਦੇ ਫਰਸਟ੍ਰੇਟਿਡ ਹੁੰਦੇ ਨੇ, ਉਹ ਲੜਕੀਆਂ ਵੀ ਤੇ ਲੜਕੇ ਵੀ। ਐਂਡ ਕਈ ਵਾਰੀ ਬੱਚੇ ਨੇ ਜਿਹੜੇ ਦੇ ਮੇ ਬੀ ਡਰੱਗਿਸਟ, ਬਿਲਕੁਲ ਬਿਲਕੁਲ, ਉੱਥੋਂ ਜਾ ਕੇ ਚੰਗੇ ਭਲੀ ਫੈਮਿਲੀ ਦੇ ਵਿਚਾਰੇ ਲੜਕੀ ਜਾਂ ਲੜਕਾ ਲਿਆਉਂਦੇ ਨੇ, ਠੀਕ ਹੈ ਨਾ? ਉਹ ਜਿਹੜੀਆਂ ਚੀਜ਼ਾਂ ਨੇ, ਇਹ ਸਾਡੀ ਸੁਸਾਇਟੀ, ਅਸੀਂ ਕਹਿੰਦੇ ਹਾਂ ਅਸੀਂ ਬੜੇ ਜੀ ਕੇਅਰਿੰਗ ਐਂਡ ਲੋਕਾਂ ਨੂੰ ਹੈਲਪ ਕਰਦੇ ਹਾਂ ਫਲਾਣਾ ਧਮਕੜਾ, ਬਟ ਦਿਸ ਇਜ਼ ਦੀ ਵਰਸਟ ਥਿੰਗ ਐਨੀਬਡੀ ਕੈਨ ਡੂ। ਬਿਕੋਜ਼ ਉਹਨਾਂ ਨੂੰ ਇਹ ਪੁੱਛੋ ਕਿ ਤੁਸੀਂ ਆਪਣੇ ਲੜਕੇ ਲੜਕੀ ਨੂੰ ਏਦਾਂ ਵਿਆਹ ਕਰੋਗੇ ਕਿਸੇ ਨਾਲ? ਬਿਲਕੁਲ ਬਿਲਕੁਲ ਬਿਲਕੁਲ, ਦੇ ਵਿਲ ਨੈਵਰ ਡੂ ਦੈਟ। ਬਟ ਦੂਸਰਿਆਂ ਦੇ ਲੈ ਕੇ ਫਿਰ ਕਰਨਗੇ ਅਸੀਂ ਤਾਂ ਜੀ ਇਹ ਕੀਤਾ, ਅਸੀਂ ਕਿਸੇ ਦੇ ਗਰੀਬ ਦੀ ਮਦਦ ਕੀਤੀ ਹੈ। ਯੂ ਹੈਵ ਨਾਟ ਹੈਲਪਡ ਐਨੀਬਡੀ। In fact, ਤੁਸੀਂ ਆਪਣੇ ਆਪ ਨੂੰ ਕੰਸੋਲ ਕਰ ਰਹੇ ਹੋ। So brother, there are so many factors, but ਸਭ ਤੋਂ ਵੱਡੀ most important thing, a marriage is not the beginning and end all. What really matters, ਜੇ ਬੰਦਾ ਕੱਲਾ ਵੀ ਰਹਿਣਾ ਚਾਹੇ, what's wrong in that? ਬਿਲਕੁਲ 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 ਬਿਲਕੁਲ। ਬੱਚਾ ਲੜਕੀ ਲੜਕਾ ਕੱਲੇ ਰਹਿਣੇ ਚਾਹੁੰਦੇ, they don't want to get married, fine. ਜੇ ਮਤਲਬ ਜੇ ਉਹਨਾਂ ਨੇ ਪਾਰਟਨਰ ਲੱਭਣਾ, they should be happy and contented with each other, same interest ਹੋਵੇ, ਲਾਈਫ ਕੁਆਲਿਟੀ ਲਾਈਫ ਹੋਵੇ rather than quantity ਲਾਈਫ ਹੋਵੇ। ਇੱਕ ਲਾਸਟ ਗੱਲ ਅਵਤਾਰ ਜੀ, ਲਾਸਟ ਗੱਲ ਇੱਕ ਹੋਰ ਪੁੱਛਣੀ ਸੀ ਤੁਹਾਡੇ ਤੋਂ। ਬਹੁਤ ਸਾਰੇ ਮੈਰਿਜਸ ਜਿਹੜੇ ਹੈਗੇ ਆ ਉਹ ਗੇਜ਼ ਤੇ ਲੈਸਬੀਅਨਸ ਦੇ ਵੀ ਹੋ ਰਿਹਾ ਹੈ ਸਾਡੀ ਆਪਣੀ ਕਮਿਊਨਿਟੀ ਵਿੱਚ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਜਿਹੜੀ ਚੀਜ਼ ਹੈਗੀ ਆ ਹੁਣੇ, ਆਪਾਂ ਕਈ ਵਾਰੀ ਕਹਿ ਦਿੰਦੇ ਆ ਵੀ ਇਹ ਅਸੀਂ ਸੌਰੀ ਆਪਾਂ ਕਈ ਵਾਰੀ ਕਹਿ ਦਿੰਦੇ ਅਸੀਂ ਐਕਸੈਪਟ ਨਹੀਂ ਕਰਦੇ ਹੈ। ਵੈਦਰ ਯੂ ਐਕਸੈਪਟ ਇਟ ਔਰ ਨਾਟ, that's not an issue. The issue is ਜਿਹੜਾ ਬੰਦਾ ਇਸ ਕੰਡੀਸ਼ਨ 'ਚ ਹੈ, right? ਬਿਲਕੁਲ। Do they like it? If they like it, that's really what matters. ਵੀ ਸਾਡੇ ਬੰਦੇ ਕਹਿੰਦੇ ਨੇ ਉਹ ਇਹ ਕੰਟਰੀਆਂ 'ਚ ਤਾਂ ਇਹ ਚੀਜ਼ਾਂ ਬਲੀਵ ਕਰਨ ਲੱਗੇ, ਸਾਡੇ ਨਹੀਂ ਹੁੰਦਾ। ਕੌਣ ਕਹਿੰਦਾ? ਇੰਡੀਆ ਇਜ਼ ਵਨ ਆਫ ਦੀ ਕੰਟਰੀਜ਼ ਇੰਸਟੀਟਿਊਸ਼ਨਲੀ ਜਿੱਥੇ ਇਹ ਗੇ ਤੇ ਮਿਕਸ ਮੈਰਿਜ ਨੇ, ਜਿਹੜੀਆਂ ਲੈਸਬੀਅਨ ਮੈਰਿਜਸ ਆਰ ਲੀਗਲ, ਬਿਲਕੁਲ ਇੰਸਟੀਟਿਊਸ਼ਨਲੀ ਲੀਗਲ ਨੇ। ਜੇ ਤੁਸੀਂ ਨਾ ਲਾਈਕ ਕਰੋ, ਤੁਸੀਂ ਤੁਹਾਨੂੰ ਕੋਈ ਨਹੀਂ ਪੁੱਛੇਗਾ, ਬਿਕੋਜ਼ ਲੀਗਲੀ ਇਟ ਇਜ਼ ਕੰਸੀਡਰਡ ਰਾਈਟ, ਠੀਕ ਨਹੀਂ? ਸੋ ਬੜਾ ਇਹ ਚੀਜ਼ਾਂ ਹੈਗੀਆਂ ਨੇ। ਸੁਸਾਇਟੀ ਜਿਹੜੀ ਹੈਗੀ ਅੱਜ ਤੋਂ 2000 ਸਾਲ ਪੁਰਾਣੀ ਸੁਸਾਇਟੀ ਨਹੀਂ ਹੈਗੀ, 10 ਸਾਲ ਪੁਰਾਣੀ ਵੀ ਸੁਸਾਇਟੀ ਨਹੀਂ ਹੈਗੀ। ਵੀ ਆਰ ਆਲ ਮੂਵਿੰਗ, ਇਵੋਲਵਿੰਗ ਸੁਸਾਇਟੀ ਹੈ। ਜਿਉਂ ਨੀਡਸ ਨੇ ਤਿਉਂ ਪ੍ਰੋਗਰੈਸ ਹੋਣਾ ਚਾਹੀਦਾ। ਦੈਟਸ ਹਾਊ ਇਟ ਸ਼ੁੱਡ ਬੀ। ਅਸੀਂ ਐਨਕਰੇਜ ਨਹੀਂ ਕਰਦੇ ਕਿਸੇ ਨੂੰ ਕਿਸੇ ਚੀਜ਼ ਵੀ, ਮਗਰ ਜੇ ਕੋਈ ਬੰਦਾ ਗੇ ਹੈ, ਲੈਸਬੀਅਨ ਹੈ, ਤੇ within that community they want to marry, why, who am I or somebody else to stop that? ਬਿਲਕੁਲ ਬਿਲਕੁਲ, it's their happiness that matters. Okay, thank you ਅਵਤਾਰ ਜੀ, ਬਹੁਤ ਮਿਹਰਬਾਨੀ। Thank you very much for your time. Very good day. Bye bye. ਬਹੁਤ ਜ਼ਿਆਦਾ ਇਨਫੋਰਮੇਸ਼ਨ ਦੇਖ ਗਿਆ ਇਹ ਤੁਸੀਂ ਅਵਤਾਰ ਮੰਗਟ ਹੋਣੀ। ਤੁਸੀਂ ਵੀ ਸਾਨੂੰ ਟੈਲੀਫੋਨ ਕਾਲਸ ਕਰਕੇ ਆਪਣੇ ਵਿਚਾਰ ਜਿਹੜੇ ਹੈਗੇ ਸਾਂਝੇ ਕਰ ਸਕਦੇ ਹੋ, ਕਿਉਂਕਿ ਮੈਂ ਅੱਜ ਵੱਧ ਤੋਂ ਵੱਧ ਕਾਲਸ ਲੈਣੀਆਂ ਚਾਹੁੰਦਾ। ਜਿਸ ਤਰ੍ਹਾਂ ਤੁਹਾਨੂੰ ਦੱਸਿਆ, ਸਾਡਾ ਟੈਲੀਫੋਨ ਨੰਬਰ 0300 770 2246। ਹਾਂਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ? ਵੈਲਕਮ ਹੈ ਜੀ। ਤੁਸੀਂ ਕਾਲ ਜਿਹੜੀਆਂ ਹੈਗੀਆਂ ਕਰ ਸਕਦੇ ਹੈਗੇ ਆ 0300 770 2246, ਕਿਉਂਕਿ ਜਿਹੜੇ ਬੱਚੇ ਸਾਡੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ? ਵੈਲਕਮ ਹੈ ਜੀ। ਜੀ ਆਰੇਸ਼ ਜੀ, ਮੈਂ ਅਬਦੁਲ ਗਫੂਰ ਬੋਲ ਰਿਹਾ। ਹਾਂਜੀ ਗਫੂਰ ਸਾਹਿਬ, ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦਾ ਵੀ ਉਹ ਮਤਲਬ ਹੈ ਕਿ ਜਿਸ ਮੁਲਕ ਤੁਸੀਂ ਰਹਿੰਦੇ ਹੋ, ਕਹਿੰਦੇ ਹੁੰਦੇ ਨੇ ਵੀ ਖਰਬੂਜ਼ੇ ਨੂੰ ਦੇਖ ਕੇ
ਰੰਗ ਪਕੜਦਾ। ਹਾਂਜੀ ਹਾਂਜੀ। ਤੇ ਜਿਸ ਮੁਲਕ ਤੁਸੀਂ ਰਹਿੰਦੇ ਹੋ ਹੁਣ ਇੱਥੇ ਦੀ ਸੋਸਾਇਟੀ ਬੱਚੇ ਸਾਡੇ ਇੱਥੇ ਹੁਣ 4 ਜਨਰੇਸ਼ਨ ਸਾਡੇ ਲੋਕ ਇੱਥੇ ਰਹਿ ਰਹੇ ਨੇ। ਬਿਲਕੁਲ ਬਿਲਕੁਲ। ਜਿਹੜੇ ਇੱਥੇ ਜੰਮੇ ਪਲੇ ਨੇ ਉਹ ਫਿਰ ਇਸ ਕਮਿਊਨਿਟੀ ਨੂੰ ਜਿਹੜਾ ਨਾ ਮਤਲਬ ਹੈ ਕੁਝ ਹਿੱਸਾ ਫਾਲੋ ਕਰਦੇ ਨੇ। ਤੇ ਦੂਸਰੀ ਗੱਲ ਹੈ ਕਿ 2-3 ਗੱਲਾਂ ਮੈਂ ਨੋਟਿਸ ਕੀਤੀਆਂ ਨੇ। ਇੱਕ ਤਾਂ ਬੱਚੇ ਅੱਜ ਕੱਲ੍ਹ ਰਿਸਪੌਂਸਿਬਿਲਿਟੀ ਨਹੀਂ ਚਾਹੁੰਦੇ कि मैरिज अगर हो गया तो फिर उन्होंने जिम्मेदारी हो जाती, फिर उसमें बहुत सारी चीज़ां आ जाती ना, मतलब है कि घर नूं चलाना। हाँ जी हाँ जी हाँ जी। ये गल है कि कुछ बच्चे जिहड़े ना जिस तरह मेरे भरा ने अगे भी मतलब काफ़ी वजाहत नाल बयान किया कि कुछ बच्चे जिहड़े ना दे लाइक टू लिव इंडिपेंडेंट एज सिंगल पर्सन। बिल्कुल बिल्कुल। हाँ उन्होंने जे लड़का लड़की तो उन्होंने आपस में रिलेशनशिप होंगे लेकिन रहंदे मतलब है वक्रे वक्रे। ये भी एक इट्स अ नॉर्म इन द कम्युनिटी। तुहानू पता ही है इत्थे मतलब है बेशुमार मतलब है कि इस कम्युनिटी ऐसे लोग जिहड़े 15-15 10-10 साल तो 20-20 साल तो बाद जाके मैरिज करते, लेकिन पहले दे जस्ट लिव एज पार्टनर्स। ये भी एक नॉर्मैलिटी है। तीसरी ये गल है कि कुछ जिहड़ी है ना कुछ माँ प्यो ने भी थोड़ी जी मतलब कमजोरी है कि कुछ माँ प्यो वो कहते हैं कि पैसिफिक कम्यूनिटी साड़ी मतलब है कि बच्ची या बच्चे की शादी हो जी कास्ट सिस्टम का जो साड़ा बटोला बिल्कुल बिल्कुल है लोग मतलब खत्म नहीं होया। वो भी इशू है स्टिल it's still on the back burner, but it hasn't disappeared. ये भी प्रॉब्लम है कि मतलब है कि वो जी ऐसी करना जट्टां च करना राजां च करना मतलब है ये अजे खत्म नहीं होया। इतनी वजह तो कई बच्चियां दी शादियां डिले होंदियां। हाँ जी हाँ जी हाँ जी डिले होंदियां कईयां जिस तरह तुसीं अगे मेंशन कीता कि तुसी मतलब प्रोग्राम बिगिनिंग च के बच्चे 40 साल दे हो गए 40 साल है उन्होंने शादियां नहीं होती। वो शादियां उन्होंने उसने जरूर कोई मतलब है कि इशू जिसकी वजह तो डिले हो रहे। तीसरी गल है कि जिथे तुसी रहंदे हो इत्थे बेशुमार तुसी भी काम करदे हो मैं भी काम करदा रहा असीं साडे कॉलीग्स बेशुमार ऐसियां औरतां भी मर्द भी जिहड़े they lived as a single person। तो मतलब है कि अपने उन्होंने नहीं भी उन्होंने फिजिकल रिलेशनशिप किसी नाल नहीं उन्होंने रिलेशनशिप है लेकिन मतलब है कि जहाँ तक रहने का तलक है वो अपने अपने घरों बिल्कुल बिल्कुल रिलेशनशिप भी कंटिन्यूस ही लेकिन रहना अपने अपने घरों ये नॉर्मैलिटी हो रही है इतने इस मतलब है कि इस कम्यूनिटी के जिस तरह भाया ने दसिया सी कि शादी नूं एक यंग जनरेशन है कोई ऐसा इंपोर्टेंट देंदे ही नहीं कहते कि शादी होएगी तो के उसने कुछ ज्यादा मतलब है कि फायदा तो नहीं होएगा बल्कि दुनिया लफ्ज़ है कुछ तो ये कहते हैं जब शादी करोगे तो फिर डिवोर्स होएगी तो फिर उस काफी सारा रपड़ पैंदा मतलब एस्टेट ने बारे च भी जो कुछ भी है तो मतलब है कि इनकम ने बारे च भी वो इस वास्ते कहते इस रपड़ च पिया हुई नुकसान ये हुण ना कुछ चीज़ां जिहड़ियां ना वो रिलैक्टेंटली सानू एक्सेप्ट करनियां पैंदियां। अब्दुल जी अपने मुल्कां तो किन्ने क अजे भी जिहड़े लोग हैगे आ ब्याह करा के लिआउंदे आ? टू बी ऑनेस्ट वेरी स्मॉल नंबर जिस तरह भा ने दसिया सी जेड़ा इत्थे मंडी च नहीं विकदा जेड़ा इत्थे नहीं विकदा उसनूं फिर जिहड़ा ना उधर जाके जिहड़ा तैयार करके लै जांदे ते उधर जाके तो जिहड़ा ना उधरों फिर जिहड़ा ना उत्थे तो मतलब है कि तुहानूं पता ही है ना टिकट टू पैराडाइज वो जिहड़े उत्थे बंदे ने जे अगर उन्हां दी लड़की है तो कैसन वो कहंदे ने चलो इंग्लैंड तो पुज जाएगी। हाँ जी हाँ जी तो जे लड़का तो वो तो फिर ज्यादा गोल्ड मेडल है तो जे अगर लड़का पहुंच गया इत्थे तक तो जिहड़े इस तरह ने मैरिज आउंदे ना मैरिज ऑफ कन्वीनियंस उन्हां च सक्सेस रेट बहुत घट है तुहानूं पता ही। हाँ क्योंकि जेड़ा मतलब है कि लड़का इत्थे आंदा लड़की अगर कोई थोड़ी जी उसमें मेंटली या फिजिकली कमजोरी है वो इधर ही रहता जितने तक स्टैंप उसने लगे बिल्कुल बिल्कुल स्टैंप लगे तो वो मुड़ के लभदा। कुड़ियां का भी यही हिसाब है कुड़ियां का भी यही हिसाब है कि मैं कितनी फैमिलियां देखियां उन्हें है जी वाह 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 बहुत अच्छी नेक लड़की है बहुत अच्छी है साढ़े कदम तक मतलब खिदमत करती है सफाई करती है घर का कम करती है लेकिन है कि जिस वक्त पासपोर्ट आया
मैं एक ऐसी फैमिली भी जाने सैटरडे पासपोर्ट आया तो मंडे सवेरे जरा ना बच्ची जी घरों गायब हो गई सी। हाँ जरा ना उसको मिल गया जरा ना वो टिकट टू पैराडाइज तो उस है वो जरा ना वो उन्होंने तो बड़ा मतलब खुश सन भाई 2 साल जरा ना उससे पहले जरा 2 साल तो बाद इंडेफिनिट आती सी तो वो जरा ना बड़िया सिफत करते मुड़ के उन्होंने पता भी नहीं लगा भी किधर गायब हो। इस तरह ने बेशुमार केस you know you to work through social services so did I came across number of cases कि जेड़े मतलब है जेड़े जैसा मैं मेंशन किया जेड़े मैरिज ऑफ कन्वीनियंस होंदे ने वो इस तरह ही होंदा ना वो उधर तो वही लेके जांदे जेड़ा इत्थे विके ना इस मंडी च ना विके। ਇਹਦਾ ਵੇ ਆਊਟ ਫੇ ਤੁਸੀਂ ਕੀ ਲੱਭਦੇ ਆ ਅਬਦੁਲ ਜੀ? ਇਹ ਰਿਪੀਟ ਕਰਿਆ ਮੈਂ ਕਹਿ ਲਿਆ ਵੀ ਇਹਨੂੰ ਯਾਨੀ ਕਿ ਇਹਦਾ ਵੇ ਆਊਟ ਕੀ ਹੈ, ਇਹਦਾ ਕਨਕਲੂਜਨ ਆਪਾਂ ਕੀ ਕਰੀਏ? टू बी ऑनेस्ट मेरे समझने मुताबिक तो है कि पहले तो है कि जे अगर कोई बच्चे कोई कमजोरी है जे अगर बच्चा ड्रगी है फिर तो उसनों उसे लैके जाना तो उसे शादी करानी वो फिर किसी की बच्ची ने उसे लैके तो उसनों खजल करना ये भी चंगी गल ये बहुत बड़ा पाप है। जी जी उस बच्ची या बच्चे ना उसका ट्रीटमेंट पहले कराओ पहले उसको दुरुस्त करो तो फिर किसी ने बच्ची ना शादी करो तो ये अगर बच्ची है तो उस बच्ची ने भी कोशिश करो कि ऐसे एडजस्ट करो। थैंक यू ऐसे एडजस्ट करो क्योंकि मैं ऐसी लड़कियां देखी कि जिन्होंने मतलब है कि बाय डीड डिलिबरेटली ना चेंज किया व्हेन दे लेफ्ट होम because they knew they were going to be taken abroad and they're going to get married so they left home and they changed their name by deed so nobody can trace them and उन्होंने ऐसे ही फिर अपनी मर्जी ने मुताबिक मतलब है शादियां की तो ये मतलब है कि खुद भी बंदे को सोचना चाहिए ना कि तुसी क्यों ये जुल्म करते हो। ठीक है थैंक यू अब्दुल जी अपने बच्चों नाल तुसी क्यों जुल्म करते हो। ओके बहुत मेहरबानी जी बहुत मेहरबानी। ये तो जी अब्दुल गफूर होनी जिन्होंने अपने विचार सानू साझे किए। तुसी भी सानू टैलीफोन कॉल कर सकते हैं 0300 770 2246। बहुत सारे मैरिजेज इस करके नहीं हो रहे हैं क्योंकि माँ बाप ने पहले क्या होंगे भी जे स्कूल कॉलेज यूनिवर्सिटी में जो जाना है किसी होर ना तू लिंक नहीं बनाने है तो वह हैलो जी कौन थे जी कितों बोलते हैं वेलकम है जी। हेलो जी हाँ जी की कहना चाहोगे? हेलो मैं देना किता कि तुसी मैरिज के बारे च कोई डिस्कशन कर रहे हो? तुसी मेरा ख्याल सुन ही लिया होना। हाँ जी मैरिज बारे गल कर रहे हैं। हाँ जी मैरिज बड़ा सेंसिटिव इशू है। मैरिज का लफ्ज देकर देखो शादी फारसी का लफ्ज है शाद में मीनस हैप्पीनेस तो है कि मैं देखिया कई वालदैन साढ़े पुराने सिस्टम को फॉलो करते हैं कि जी अरेंज मैरिज होनी चाहिए वालदैन को लड़की चुननी चाहिए तो मैं कहना कि स्लोली फेडिंग आउट मतलब वी शुड मूव ऑन। लड़के लड़की अपनी चॉइस खुद करनी चाहिए अपनी पसंद है। इतने सोसाइटी बड़ी चेंज हो रही है तुहानू पता इतने इंग्लिश माहौल है क्रिश्चियनिटी का एक जिस तरह पिछले कलर ने कहा कि क्रिश्चियनिटी इतों का मजहब है तो बच्चों को आज़ादी देनी चाहिए कि खुद अपने आप जोड़ा पार्टनर चुनना चाहते हैं चुनन तो एक कजन मैरिज शुड बी डिस्करेज। इतने मैं देखा कई कजन मैरिज ते बड़ा इंसिस्ट करते हैं वालदैन की कुड़ी साडे फैमिली च रहे उसदे नाल बीमारियां वधदियां ने कंसेंगुअस मैरिज कई सो मैनी मैरिज वालदैन कहते हैं कि जी कुड़ी या मुंडा होवे तो अपने फैमिली च रहे तो मतलब बाहर ना जाए तो कजन मैरिज इंसिस्ट करते हैं तो मैं काफ़ी है मैरिज काउंसलिंग भी की है तो काफ़ी है एक मैं कि यूनिट है बड़ा आई डोंट थिंक पीपल नो अबाउट इट वाइफ बैटरिंग यूनिट एक जेडे डोमैस्टिक वायलेंस अपने बीवियां करते हैं तो उन्होंने इकट्ठे करो तो उन्होंने वर्शन होर होंगी है जो रहता उन्होंने नाल काउंसलिंग करो तो बिल्कुल दे टॉक सैपरेटली तो बड़ा मतलब है कि इट्स अ वेरी हिडन होंगे जिस तरह तुम वो गे मैरिज तो लैसबीयन मैरिज जो एक मैं खबरें सुन रहा था
कि किसी यूरोपियन कंट्री च इन्होंने गे मैरिज जी है वो करती है। इट इज़ अननैचुरल, ये बच्चे तो नहीं ना हो सकते, वो तो जस्ट फॉर फॉर द सेक ऑफ अननैचुरल सैक्स वास्ते तुसीं कर रहे हो, ਉਹਦੇ ਨਾਲ कोई ਤੇ ਲੇਕਿਨ ਇਹ ਹੈ ਕਿ ਸ਼ਾਦੀ ਦਾ ਅਕਸਰ ਮਕਸਦ ਤੇ ਹੁੰਦਾ ਹੈ ਕਿ ਤੁਹਾਡੀ ਆਇੰਦਾ ਔਲਾਦ ਵਧੇ, ਤੁਹਾਡਾ ਨਾਮ ਜ਼ਿੰਦਾ ਰਹੇ। ਅਗਰ ਤੁਸੀਂ ਇਸ ਦੁਨੀਆ ਤੇ ਚਲੇ ਵੀ ਜਾਓ ਤੇ ਕਮ ਸੇ ਕਮ ਹੋਇਆ ਤੇ ਹੋਵੇ ਕਿ ਤੁਹਾਡਾ ਔਲਾਦ ਜਾਂ ਗ੍ਰੈਂਡ ਚਿਲਡਰਨ ਹੋਣ ਜਿਹੜੇ ਤੁਹਾਨੂੰ ਯਾਦ ਰੱਖਣ ਜਾਂ ਤੁਹਾਡਾ ਨਾਮ ਕੈਰੀ, ਤੁਹਾਡੀ ਫੈਮਿਲੀ ਦਾ ਨਾਮ ਕੈਰੀ ਰੱਖਣ। ਓਕੇ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਤੁਸੀਂ ਵੀ ਟੈਲੀਫੋਨ ਕਾਲਸ ਕਰਕੇ ਜਿਹੜਾ ਸਾਡੇ ਨਾਲ ਵਿਚਾਰ ਆਪਣੇ ਸਾਂਝੇ ਕਰ ਸਕਦੇ ਤਾਂ ਕਿ ਇਸ ਮਸਲੇ ਨੂੰ ਚੰਗੀ ਤਰ੍ਹਾਂ ਅੱਜ ਜਿਹੜਾ ਹੈਗਾ ਜੇ ਵਿਚਾਰ ਲਈਏ ਅਸੀਂ। ਟੈਲੀਫੋਨ ਕਾਲਸ ਜਿਹੜੀਆਂ 0300 7। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ ਡਾਕਟਰ ਸਾਹਿਬ, ਮੈਂ ਫਕੀਰ ਚੰਦ ਚੌਹਾਨ ਬੋਲ ਰਿਹਾ। ਚੌਹਾਨ ਸਾਹਿਬ, ਕੀ ਕਹਿਣਾ ਚਾਹੋਗੇ? ਬਹੁਤ ਸਾਰੇ ਬੱਚੇ ਜਿਹੜੇ ਵਿਆਹ ਨਹੀਂ ਕਰਾ ਰਹੇ ਹੈਗੇ, ਉਮਰਾਂ ਵੱਧ ਰਹੀਆਂ, ਮਾਪਿਆਂ ਨੂੰ ਬੜਾ ਫਿਕਰ ਲੱਗਾ। ਦੇਖੋ ਇਹ ਜਿਹੜਾ ਮਤਲਬ ਹੈ, ਕਿਉਂਕਿ ਕਲਚਰ ਦੀ ਵੀ ਗੱਲ ਆ ਵੀ ਇੱਥੇ ਦੇਰ ਦੇ ਰਹਿਣ ਕਰਕੇ, ਹਾਂਜੀ, ਕਿਉਂਕਿ ਸਮਾਜ ਦੇ ਵਿੱਚ ਹੁਣ ਪਰਿਵਰਤਨ ਆ। ਬਿਲਕੁਲ ਬਿਲਕੁਲ। ਕਿਉਂਕਿ ਪਹਿਲਾਂ ਇਹ ਗੱਲ ਹੁੰਦੀ ਸੀ ਵੀ ਹਰੇਕ ਬੰਦਾ ਇਹ ਚਾਹੁੰਦਾ ਸੀ ਵੀ ਬੱਚੇ ਸਾਡੀ ਮਰਜ਼ੀ ਅਨੁਸਾਰ ਕਰਾਉਣ, ਕਿਉਂਕਿ ਉਹ ਸੋਚ ਵੀ ਵੱਖਰੀ ਸੀਗੀ। ਹਾਂਜੀ ਹਾਂਜੀ। ਕਿਉਂਕਿ ਹਰੇਕ ਬੰਦਾ ਚਾਹੁੰਦਾ ਸੀ ਵੀ ਮੇਰੀ ਮਰਜ਼ੀ ਦੇ ਨਾਲ ਕਰਾਵੇ, ਔਰ ਉਹਦੇ ਵਿੱਚ ਦਾਜ ਦੀ ਵੀ ਗੱਲ ਸੀ। ਬਿਲਕੁਲ ਬਿਲਕੁਲ। ਦਾਜ ਦੀ ਵੀ ਹੋਰ ਬਹੁਤ ਗੱਲਾਂ ਸੀਗੀਆਂ ਤੇ ਪਰ ਹੁਣ ਉਹ ਸਮਾਂ ਕਾਫੀ ਅੱਗੇ ਆ ਗਿਆ। ਪਰ ਇਹ ਦੇਖਣਾ ਆ ਵੀ ਜਿਹੜਾ ਇਹ ਨਿਰਾਸ਼ਾ ਦੀ ਕੋਈ ਇਹਦੇ ਵਿੱਚ ਗੱਲ ਨਹੀਂ, ਕਿਉਂਕਿ ਜਿਹੜੇ ਸਮਝਦਾਰ ਬੱਚੇ ਅਜੇ ਵੀ ਉਹ ਕਰਾਉਂਦੇ ਆ। ਕਿਉਂਕਿ ਪਹਿਲਾਂ ਤਾਂ ਬੜੀ ਗੱਲ ਆ ਵੀ ਇਹਦੇ ਵਿੱਚ ਇਹ ਵੀ ਦੇਖਣਾ ਪੈਂਦਾ ਵੀ ਬੱਚੇ ਨੂੰ ਬਿਲਕੁਲ ਫੋਰਸ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹਨੂੰ ਆਪ ਸੋਚਣ ਦਾ ਵਕਤ ਦੇਣਾ ਚਾਹੀਦਾ। ਫਿਰ ਹੁਣ ਦੇਖੋ ਵੀ ਜੇ ਬੱਚਾ ਪੜ੍ਹ ਗਿਆ ਔਰ ਉਹ ਚੰਗੀ ਜੌਬ ਕਰਦਾ ਫਿਰ ਤਾਂ ਉਹਨੂੰ ਪਤਾ ਹੈ ਕਾਫੀ। ਮੈਂ ਕਹਿੰਦਾ ਚੌਹਾਨ ਸਾਹਿਬ, ਮੈਂ ਇਹੋ ਜਿਹਾ ਕਿਸੇ ਨੂੰ ਜਾਣਦਾ ਜਿੱਥੇ ਮੁੰਡੇ ਅਕਾਊਂਟੈਂਟ ਹੈ, ਕੁੜੀਆਂ ਕਿਹੜੀਆਂ ਹੈਗੀਆਂ ਫਾਰਮਾਸਿਸਟ ਹੈਗੀਆਂ, ਡਾਕਟਰਸ ਹੈਗੀਆਂ, ਲੈਕਚਰਰ ਹੈ ਯੂਨੀਵਰਸਿਟੀ ਦੇ, ਯਾਨੀ ਕਿ ਸਾਈਕੋਲੋਜਿਸਟ, ਯਾਨੀ ਕਿ ਹੈਗੇ ਡਿਗਰੀਆਂ ਕੀਤੀਆਂ, ਬਹੁਤ ਹਾਈ ਮਾਸਟਰਸ ਕੀਤੀਆਂ ਹੈਗੀਆਂ। ਦੇ ਡੋਂਟ ਵਾਂਟ ਟੂ ਗੈਟ ਮੈਰਿਡ। ਨਹੀਂ ਚਲੋ ਉਹ ਜੇ ਉਹਨੇ ਨਹੀਂ ਵੀ ਮੈਰਿਜ ਕਰਾਉਣਾ, ਦੇਖੋ ਇਹ ਵੀ ਉਹਨਾਂ ਦੀ ਮਰਜ਼ੀ ਹੈ। ਹਾਂਜੀ ਹਾਂਜੀ। ਪਰ ਬੜੀ ਗੱਲ ਹੈ ਵੀ ਕਈ ਕਰਾਉਂਦੇ ਵੀ ਹੈ। ਹਾਂ ਕਰਾਉਂਦੇ ਵੀ ਹੈ, ਬਿਲਕੁਲ ਬਿਲਕੁਲ। ਨਹੀਂ ਦੇਖੋ ਮੈਂ ਬਹੁਤ ਗਿਆ ਪਰ ਉਹ ਬੜੀ ਤਾਂ ਗੱਲ ਆ ਵੀ ਜੇ ਤੁਸੀਂ ਕੋਈ ਮੰਨ ਗਿਆ, ਜੇ ਤੁਸੀਂ ਇਹ ਦੇਖਦੇ ਆ ਵੀ ਤੇ ਖਰਚੇ ਹੀ ਇੰਨਾ ਆਉਣਾ, ਹਾਲ ਹੀ ਇੰਨਾ ਮਹਿੰਗਾ ਕਰਨਾ, ਉਹ ਤਾਂ ਬਹੁਤ ਉੱਦਾਂ ਵੀ ਉਹਦੀ ਲੋੜ ਕਿੱਥੇ ਪਈ ਹੈ। ਨਹੀਂ ਪਰ ਇਹ ਤਾਂ ਚੌਹਾਨ ਸਾਹਿਬ ਹੁਣ ਤਾਂ ਬੱਚੇ ਯਾਨੀ ਕਿ ਉਹ ਕਹਿੰਦੇ ਮੈਂ ਹੜਾ ਹਾਲ ਵੀ ਨਹੀਂ ਕਰਨਾ, ਮੈਂ ਤਾਂ ਸਿਰਫ ਆਪਣੇ ਜਿਹੜੇ ਫਰੈਂਡਸ ਹੈਗੇ ਉਹ ਸੱਦਣੇ ਹੈਗੇ ਆ, ਨਾ ਹੀ ਉਹ ਕਹਿੰਦੇ ਮੈਂ ਧਾਰਮਿਕ ਰਸਮ ਕਰਨੀ ਆ। ਨਹੀਂ ਨਹੀਂ ਦੇਖੋ ਜੇ ਕੋਈ ਇਦਾਂ ਕਰਦਾ ਉਹ ਮੰਨਣਾ ਚਾਹੀਦਾ। ਹਾਂ ਬਿਲਕੁਲ ਬਿਲਕੁਲ। ਪਰ ਹੁਣ ਕਈ ਤਾਂ ਇੰਨੇ ਮਹਿੰਗੇ ਹਾਲ, ਮੈਂ ਤਾਂ ਹੈਰਾਨ ਆ ਵੀ ਉਹ ਤਾਂ ਇੱਕ ਪਾਰਟੀ ਇੱਥੇ ਦੂਸਰੀ ਪਾਰਟੀ ਉੱਥੇ, ਤਾਂ ਉਹ ਤਾਂ ਬਹੁਤ ਖਰਚੇ ਵਾਲੀ ਗੱਲ ਹੈ। ਹਾਂ ਉੱਦਾਂ ਸੇਲਾਂ ਤੇ ਸਾਰੀ ਉਮਰ ਚੀਜ਼ਾਂ ਲੈਂਦੇ ਰਹਿਣਾ, ਕੱਪੜੇ ਵੀ ਤੇ ਹੋਰ ਸਮਾਨ ਵੀ, ਤੇ ਉਦੋਂ ਨੂੰ 50-60 ਹਜ਼ਾਰ ਪਾਉਂਡ ਖਰਚਣਾ। ਜਿਹੜਾ ਇਹਦੇ ਵਿੱਚ ਬਹੁਤ ਵਿਚਾਰ ਕਰਨ ਦੀ ਲੋੜ ਹੈ। ਪਰ ਅਜੇ ਵੀ ਦੇਖੋ ਜੇ ਤੁਸੀਂ ਹੁਣ ਕਈ ਦੇਖੋ ਬੜੀ ਤਾਂ ਗੱਲ ਇਹ ਹੈਗੀ ਆ ਵੀ ਕਈ ਜਿਹੜੇ ਹੁਣ ਕੋਈ ਇੰਡੀਆ ਤੋਂ ਲੜਕੀ ਆਉਂਦੀ ਉਹਨੂੰ ਕਈ ਫਸਾ ਲੈਂਦੇ ਆ। ਬਿਲਕੁਲ ਬਿਲਕੁਲ। ਕਿਉਂਕਿ ਮੈਂ ਕਈਆਂ ਕੇਸਾਂ ਦੇ ਵਿੱਚ ਮੈਂ ਉਹ ਲੜਕੀਆਂ ਨੂੰ ਬਚਾਇਆ, ਕਿਉਂਕਿ ਮੁੰਡੇ ਜਿਹੜੇ ਆ ਜਾਂ ਇੱਥੇ ਡਿਵੋਰਸ ਹੋਇਆ ਹੁੰਦਾ ਜਾਂ ਕਿੱਦਾਂ, ਔਰ ਕੰਮ ਵੀ ਨਹੀਂ ਕਰਦੇ ਹੁੰਦੇ। ਹਾਂਜੀ 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 ਹਾਂਜੀ। ਕਿਉਂਕਿ ਉਹ ਤਾਂ ਉਹ ਨਾ ਉਹ ਨਹੀਂ, ਉਹ ਪੱਕਾ ਵੀ ਨਹੀਂ, ਤੁਹਾਨੂੰ ਪਤਾ ਵੀ ਜਿਹੜੇ ਨਹੀਂ ਕੰਮ ਕਰਦੇ ਉਹ ਤਾਂ ਕਿਸੇ ਨੂੰ ਪੱਕਾ ਵੀ ਨਹੀਂ ਕਰਾ ਸਕਦੇ। ਨਾਲੇ ਇਦਾਂ ਜੀ ਉੱਥੇ ਬੰਦੇ ਦੱਸਦੇ ਵੀ ਨਹੀਂ, ਉਹ ਕਹਿੰਦੇ ਖਰੇ ਭਾਨੀ ਨਾ ਮਾਰ ਜਵੇ, ਉਹਨਾਂ ਨੂੰ ਹੁੰਦਾ ਲੈ ਵੀ ਸਾਡਾ ਮੁੰਡਾ ਕੁੜੀ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਜਵੇ। ਨਹੀਂ ਉਹ ਗੱਲੇ ਹੀ ਇਸ ਤਰੀਕੇ ਨਾਲ ਕਰਦੇ ਆ, ਉਹ ਲੁਕੋ ਕੇ ਰੱਖਦੇ ਆ। ਬਿਲਕੁਲ 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 ਬਿਲਕੁਲ। ਹੁਣ ਮੈਂ ਉਹ ਗੱਲ ਤਾਂ ਇਦਾਂ ਦੀ ਹੋਈ ਜਾਣੀ, ਉਹ ਲੜਕੀ ਨੂੰ ਕਿਸੇ ਕਲਾਕਾਰਾਂ ਨਾਲ ਆ ਗਈ ਇੱਥੇ, ਉਹ ਆ ਗਈ ਤਾਂ ਉਹ ਲੜਕੀ ਪਹਿਲਾਂ ਉਹ ਮਤਲਬ ਵਿਆਹ ਉਹਦਾ ਹੋਇਆ ਸੀ, ਪਰ ਉੱਥੇ ਉਹ ਜਾਨੀ ਇਦਾਂ ਸੀ ਪੰਚਾਇਤ ਦੇ ਵਿੱਚ ਤਲਾਕ ਹੋਇਆ ਸੀ। ਅੱਛਾ ਜੀ। ਕਿਉਂਕਿ ਕੋਰਟਾਂ 'ਚ ਤਾਂ ਉੱਥੇ ਛੇਤੀ ਫੈਸਲੇ ਨਹੀਂ ਹੁੰਦੇ। ਹਾਂਜੀ 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 ਹਾਂਜੀ। ਉਹ ਫਿਰ ਜਦ ਇੱਥੇ ਲੜਕੀ ਆ ਗਈ ਤਾਂ ਜੀ ਉਹਨੇ ਦਿਨਾਂ ਆਈ ਸੀ, ਉਹਨੇ ਕਿਹਾ ਵੀ ਤੂੰ ਉੱਥੇ ਵਿਆਹ ਕਰਾ ਲੈ ਤਾਂ ਪੱਕੀ ਹੋ ਜਾਏ। ਤਾਂ ਉਹ ਲਾਪੇ ਮੁੰਡਾ ਟੋਲਣ, ਤਾਂ ਉਹ ਮੁੰਡਾ ਜਾਨੀ ਉਹਨੇ ਟੋਲ ਲਿਆ। ਅੱਛਾ ਜੀ। ਉਹ ਟੋਲ ਲਿਆ ਤਾਂ ਜਦੋਂ ਮਤਲਬ ਗਏ ਉੱਥੇ ਰਜਿਸਟਰ ਆਫਿਸ ਦੇ, ਉਹ ਮੁੰਡਾ ਵੀ ਪਹਿਲਾਂ ਵਿਆਹਿਆ ਸੀ ਤਾਂ ਉਹਦਾ ਤਲਾਕ ਹੋਇਆ ਸੀ, ਪਰ ਉਹ ਤਲਾਕ ਜਿੱਦਾਂ ਇੱਥੇ ਹੁੰਦਾ ਉੱਦਾਂ ਹੋਇਆ ਸੀ। ਹਾਂਜੀ ਹਾਂਜੀ ਹਾਂਜੀ। ਪਰ ਉਹ ਦੇਖੋ ਵੀ ਉਹ ਰਜਿਸਟਰਾਰ ਜਾਨੀ ਉਹਨਾਂ ਦੀ ਗੱਲ ਮੰਨਿਆ ਨਹੀਂ ਰਜਿਸਟਰ ਕਰਨ ਨੂੰ, ਕਿਉਂਕਿ ਉਹਨੂੰ ਲੱਗਾ ਵੀ ਕਿਤੇ ਗਲਤੀ ਨਾ ਹੋ ਜਾਵੇ। ਬਿਲਕੁਲ ਬਿਲਕੁਲ। ਤਾਂ ਫਿਰ ਉਹ ਮੇਰੇ ਕੋਲ ਆਏ ਤਾਂ ਮੈਂ ਫਿਰ ਗਿਆ ਉੱਥੇ,
ਤੇ ਮੈਂ ਉਹਨੂੰ ਫਿਰ ਰਜਿਸਟਰਾਰ ਨੂੰ ਸਮਝਾਇਆ ਵੀ ਦੇਖੋ ਇਹ ਜਿਹੜਾ ਤੁਸੀਂ ਕਹਿੰਦੇ ਆ ਵੀ ਇੰਡੀਆ 'ਚ ਮੈਂ ਕਿਹਾ ਵੀ ਪੰਚਾਇਤ ਕੋਲ ਅਥਾਰਟੀ ਆ ਤੇ ਮੈਂ ਕਿਹਾ ਵੀ ਇਹ ਵੀ ਜਿਹੜਾ ਮੁੰਡਾ ਆ ਵੀ ਇਹ ਤਾਂ ਇੱਥੇ ਹੋਇਆ ਵੀ ਤਾਂ ਹੋਣਾ ਚਾਹੀਦਾ ਰਜਿਸਟਰ ਤੇ ਉਹ ਕਹਿੰਦਾ ਵੀ ਮੈਨੂੰ ਇੰਨਾ ਪਤਾ ਨਹੀਂ ਸੀ ਵੀ ਮੈਂ ਤੁਹਾਡੀ ਗੱਲਬਾਤ ਸਾਡਾ ਹੈਡ ਆਫਿਸ ਸਾਊਥਪੋਰਟ ਆ ਠੀਕ ਹੈ ਠੀਕ ਹੈ ਤੇ ਮੈਂ ਉੱਥੇ ਨੂੰ ਭੇਜ ਦੇਣਾ ਤਾਂ ਉਹ ਜਾਨੀ ਜਿਹੜਾ ਆਊਗਾ ਨਾ ਮਤਲਬ ਉੱਥੋਂ ਆਨਸਰ ਮੈਂ ਤੁਹਾਨੂੰ ਦੱਸ ਦਊਂ ਵੀ ਜੇ ਉਹ ਕਹਿਣਗੇ ਫਿਰ ਮੈਂ ਰਜਿਸਟਰ ਕਰ ਦਊਂ ਠੀਕ ਹੈ ਠੀਕ ਅੱਛਾ ਜੀ ਦੂਸਰੇ ਦਿਨ ਉਹ ਕਹਿੰਦਾ ਵੀ ਮੈਂ ਕਰ ਦਿੰਦਾ ਅੱਛਾ ਫਿਰ ਮੈਂ ਉਹਨੂੰ ਕੁੜੀ ਨੂੰ ਕਿਹਾ ਮੈਂ ਕਿਹਾ ਪੁੱਤ ਵੀ ਦੇਖ ਤੂੰ ਇੱਥੇ ਆਈ ਆ ਤੂੰ ਆਈ ਤਾਂ ਕਲਾਕਾਰਾਂ ਦੇ ਨਾਲ ਸੀ ਬਿਲਕੁਲ ਬਿਲਕੁਲ ਤੂੰ ਤਾਂ ਗਾਉਣ ਆਈ ਸੀ ਮੈਂ ਕਿਹਾ ਤੂੰ ਕਲਾਕਾਰਾਂ ਨਾਲ ਆਈ ਸੀ ਪਰ ਇਹ ਜਿਹੜਾ ਹੁਣ ਤੇਰੇ ਨਾਲ ਮੁੰਡੇ ਦਾ ਵਿਆਹ ਕਰਨਾ ਵੀ ਤੈਨੂੰ ਪਤਾ ਵੀ ਉਹਨੂੰ ਪੱਕੇ ਹੋਣ ਲਈ ਕੀ ਚਾਹੀਦਾ ਤੇ ਉਹ ਕਹਿੰਦੀ ਵੀ ਇਹ ਤਾਂ ਸਾਰੀ ਗੱਲ ਹੋ ਗਈ ਆ ਮੈਂ ਕਿਹਾ ਮੈਂ ਤੇਰੇ ਸਾਹਮਣੇ ਕਰਾਂ ਉਹ ਸਾਰੇ ਹੈਰਾਨ ਰਹਿ ਗਏ ਮੈਂ ਉਹਨੂੰ ਸਾਹਮਣੇ ਕਿਉਂਕਿ ਵੱਖਰੇ ਕਮਰੇ ਮੈਂ ਕਿਹਾ ਵੀ ਕਾਕਾ ਵੀ ਤੇਰੇ ਕੋਲ ਜੌਬ ਹੈਗੀ ਆ ਤੇ ਕਹਿੰਦਾ ਵੀ ਮੈਂ ਆਪਣਾ ਉਦਾਂ ਹੀ ਕਰਦਾ ਹੈਗਾ ਮੈਂ ਕਿਹਾ ਵੀ ਜੌਬ ਪੱਕੀ ਚਾਹੀਦੀ ਔਰ ਸਲਿੱਪਾਂ ਚਾਹੀਦੀ ਬਿਲਕੁਲ 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 ਫਿਰ ਮੈਂ ਕਿਹਾ ਵੀ ਤੇਰੇ ਕੋਲ ਪੈਸੇ ਹੈਗੇ ਪੈਸੇ ਕਹਿੰਦਾ ਵੀ ਪੱਕੀ ਜੌਬ ਨਹੀਂ ਪੈਸੇ ਤਾਂ ਵੀ ਥੋੜੇ ਹੀ ਆ ਫਿਰ ਮੈਂ ਕਿਹਾ ਵੀ ਚੱਲ ਜਿਹੜੇ ਘਰ ਦੀ ਗੱਲ ਹੈ ਉਹ ਤਾਂ ਤੇਰਾ ਬਾਪ ਤੈਨੂੰ ਮੈਂ ਕਮਰਾ ਦੇ ਦਊਗਾ ਪਰ ਮੈਂ ਕਿਹਾ ਵੀ ਇਹ ਤਾਂ ਹੁਣ ਅੰਗਰੇਜ਼ ਮੰਨ ਗਿਆ ਰਜਿਸਟਰ ਕਰਨ ਨੂੰ ਬਈ ਜਦ ਇਹਨੂੰ ਕਰ ਦਿੱਤਾ ਤੂੰ ਇਹਨੂੰ ਪੱਕੀ ਨਹੀਂ ਕਰਾ ਸਕਦਾ ਤਾਂ ਉਹ ਜੀ ਮੇਰੇ ਵੱਲ ਲੱਗ ਪਿਆ ਦੇਖਣ ਕਹਿੰਦਾ ਵੀ ਤੁਹਾਨੂੰ ਕਿੱਦਾਂ ਪਤਾ ਮੈਂ ਕਿਹਾ ਪਤਾ ਕਰਕੇ ਤਾਂ ਮੈਂ ਕਹਿਣਾ ਬਿਲਕੁਲ ਬਿਲਕੁਲ ਮੈਂ ਕਿਹਾ ਵੀ ਇਹ ਤਾਂ ਲੜਕੀ ਨੇ ਇਹ ਤਾਂ ਫਿਰ ਬਾਅਦ ਦੇ ਵਿੱਚ ਤਾਂ ਪੱਕੀ ਨਹੀਂ ਕਰਨਾ ਉਹ ਨਹੀਂ ਕਹਿਣਾ ਤੂੰ ਇੰਡੀਆ ਜਾ ਜੇ ਤੂੰ ਕੁਆਲੀਫਾਈ ਨਹੀਂ ਕਰਦਾ ਬਿਲਕੁਲ ਬਿਲਕੁਲ ਉਹ ਫਿਰ ਕੁੜੀ ਵੀ ਡਰ ਗਈ ਉਹ ਕਹਿੰਦੀ ਵੀ ਮੈਨੂੰ ਤਾਂ ਅੰਕਲ ਆ ਕੇ ਗੱਲਾਂ ਦਾ ਪਤਾ ਹੀ ਨਹੀਂ ਫਿਰ ਉਹ ਜਾਣੀ ਉਹ ਫਿਰ ਕਹਿੰਦੀ ਵੀ ਮੈਂ ਨਹੀਂ ਕਰਾਉਣਾ ਹੁਣ ਤੁਸੀਂ ਦੇਖੋ ਵੀ ਕਿੱਦਾਂ ਲੋਕਾਂ ਨੂੰ ਇੱਥੇ ਅਜੇ ਵੀ ਹਟਦੇ ਨਹੀਂ ਹੈਗੇ ਇਹਦਾ ਅਬਿਊਜ਼ ਤੇ ਮਿਸਯੂਜ਼ ਤੇ ਬਹੁਤ ਬੁਰੀ ਤਰ੍ਹਾਂ ਹੋ ਰਿਹਾ ਖਿਲਵਾੜ ਹੋ ਰਿਹਾ ਇੱਥੇ ਬਹੁਤ ਇਦਾਂ ਦੇ ਕੇਸਿਸ ਆ ਉਹਨਾਂ ਦੇ ਵਿੱਚ ਝਗੜੇ ਹੁੰਦੇ ਬਹੁਤ ਬਿਲਕੁਲ ਬਿਲਕੁਲ ਕਿਉਂਕਿ ਉਹ ਸੱਚ ਨੂੰ ਲੁਕੋ ਕੇ ਰੱਖਦੇ ਆ ਬਿਲਕੁਲ ਬਿਲਕੁਲ ਫਿਰ ਦੇਖੋ ਬੜੀ ਗੱਲ ਹੈ ਮੈਂ ਦੇਖਿਆ ਇੱਥੇ ਅਜੇ ਤੱਕ ਕਈ ਬੰਦੇ ਜਿਹੜੇ ਹਨ ਉਹ ਜਾਨੀ ਦਾਜ ਦਾ ਹਟਦੇ ਹੀ ਨਹੀਂ ਇਦਾਂ ਹੀ ਹੈ ਜੀ ਮੁੰਦੀਆਂ ਪਾਉਂਦੇ ਜੇ ਵੀ ਥੋੜੇ ਪਾਉਂਦੇ ਆ ਉੱਦਾਂ ਕਹਿੰਦੇ ਰਹਿੰਦੇ ਜੀ ਨਹੀਂ 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 ਪਰ ਉਹ ਜਦ ਕਰਦੇ ਆ ਹਨਾ ਤਾਂ ਮੈਂ ਹੈਰਾਨ ਆ ਮੈਂ ਦੱਸੋ ਵੀ ਤੁਸੀਂ ਇਹ ਕੀ ਕਰਦੇ ਹੈਗੇ ਇਹਨਾਂ ਦੀ ਭੁੱਖ ਦੂਰ ਨਹੀਂ ਹੋਈ ਇੱਥੇ ਆਣ ਕੇ ਇੰਗਲੈਂਡ ਚ ਆਣ ਕੇ ਵੀ ਤੇ ਬਾਕੀ ਇਹ ਹੈਗੀ ਆ ਵੀ ਦੇਖੋ ਨਿਰਾਸ਼ ਹੋਣ ਦੀ ਲੋੜ ਨਹੀਂ ਜੇ ਬੱਚੇ ਜਦੋਂ ਪੂਰੀ ਤਰ੍ਹਾਂ ਮੰਨਦੇ ਆ ਫਿਰ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਦੇਖੋ ਇਹ ਹੈਗੀ ਆ ਵੀ ਇਹ ਪੂਰੀ ਲਾਈਫ ਦੀ ਗੱਲ ਆ ਇੱਕ ਦੋ ਦਿਨਾਂ ਦੀ ਥੋੜੋ ਹੈਗੀ ਹੈ ਤੇ ਬਾਕੀ ਇਹ ਮਾਪਿਆਂ ਨੂੰ ਵੀ ਚਾਹੀਦਾ ਵੀ ਬੱਚਿਆਂ ਨੂੰ ਬਿਲਕੁਲ ਸਮਝਾਉਣ ਔਰ ਉਹਦੇ ਨਾਲ ਵੱਡੀ ਗੱਲ ਹੈ ਗੱਲਬਾਤ ਕਰਦੇ ਰਹਿਣਾ ਚਾਹੀਦਾ ਥੈਂਕ ਯੂ ਚੌਹਾਨ ਸਾਹਿਬ ਬਹੁਤ ਜੈ ਭੀਮ ਜੈ ਭਾਰਤ ਬਹੁਤ ਮਿਹਰਬਾਨੀ ਇਹ ਤਾਂ ਸੀ ਜੀ ਫਕੀਰ ਚੰਦ ਚੌਹਾਨ ਹੋਣੀ ਜਿਨ੍ਹਾਂ ਨੇ ਆਪਣੇ ਵਿਚਾਰ ਆਪ ਸਾਡੇ ਨਾਲ ਸਾਂਝੇ ਕੀਤੇ ਤੁਸੀਂ ਵੀ ਟੈਲੀਫੋਨ ਕਾਲ ਕਰ ਸਕਦੇ ਆ 0300 770 2246 ਨੰਬਰ ਸਾਡਾ ਹੈਗਾ ਕਿਉਂਕਿ ਬਹੁਤ ਸਾਰੇ ਵਿਆਹ ਇਸ ਕਰਕੇ ਵੀ ਨਹੀਂ ਹੁੰਦੇ ਫਲਾਨੀ ਜਾਤ ਦਾ ਹੈਗਾ ਫਲਾਨੇ ਧਰਮ ਦਾ ਹੈਗਾ ਫਲਾਨੀ ਨੈਸ਼ਨਲਿਟੀ ਦਾ ਹੈ ਪਰ ਜਦੋਂ ਅਸੀਂ ਪੱਕੇ ਹੋਣਾ ਹੁੰਦਾ ਹੈਗਾ ਨਾ ਉਸ ਟਾਈਮ 'ਤੇ ਕੋਈ ਧਰਮ ਹੈ ਨਾ ਉਸ ਟਾਈਮ 'ਤੇ ਕੋਈ ਨੈਸ਼ਨਲਿਟੀ ਹੈ ਅਤੇ ਨਾ ਹੀ ਉਸ ਵੇਲੇ ਕੋਈ ਜਾਤ ਪਾਤ ਹੈ ਉਸ ਵੇਲੇ ਅਸੀਂ ਕਹਿੰਦੇ ਵੀ ਸਾਡਾ ਕੱਚਾ ਇਨਕੇ ਕਾਕਾ ਜਾਂ ਕਾਕੀ ਜੀ ਯਾਨੀ ਕਿ ਉਹ ਪੱਕੇ ਹੋ ਜਾਣ ਹੈਲੋ ਜੀ ਕੌਣ ਤੇ ਜੀ ਕਿੱਥੋਂ ਬੋਲਦੇ ਵੈਲਕਮ ਹੈ ਜੀ ਹਾਂ ਜੀ ਮੈਂ ਸੌਥਲ ਦਾ ਬੋਲ ਰਿਹਾ ਜੀ ਹਾਂ ਜੀ ਤੇ ਹੁਣ ਤੁਹਾਡਾ ਮੈਨੂੰ ਇਹ ਹੈਰਾਨਗੀ ਹੋ ਰਹੀ ਹੈ ਕਿ ਤੁਸੀਂ ਪੰਡਤ ਬਣ ਗਏ ਹੋ ਭਾਈ ਬਣ ਗਏ ਹੋ ਮੈਂ ਪੰਡਤ ਬਣ ਗਿਆ ਨਾਲ ਭਾਈ ਵੀ ਬਣ ਗਿਆ ਤੇ ਨਾਲ ਹੀ ਮੌਲਵੀ ਵੀ ਹਾਂਜੀ ਅੱਛਾ ਕੀ ਕਹਿਣਾ ਮਿੱਡਾ ਸਾਹਿਬ ਕੀ ਕਹਿਣਾ ਚਾਹੋਗੇ ਬਹੁਤ ਸਾਰੇ ਬੱਚੇ ਆਪਣੇ ਜਿਹੜੇ ਆ ਵਿਆਹ ਨਹੀਂ ਕਰਾ ਰਹੇ 40 ਉਮਰ 40 ਸਾਲਾਂ ਦੀਆਂ ਹੋ ਗਏ 30-35 ਸਾਲ ਦੇ ਹੋ ਗਏ ਇਹ ਤਾਂ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਤਾਂ ਬਹੁਤ ਦੇਰ ਦੀ ਪ੍ਰੋਬਲਮ ਹੈ ਹਾਂਜੀ ਅੱਛਾ ਗੱਲ ਇਦਾਂ ਆ ਉਹ ਕਹਿੰਦੇ ਹੁੰਦੇ ਆ ਕਿ ਮੈਰਿਜਸ ਆ ਮੇਡ ਇਨ ਹੈਵਨ ਪਤਾ ਨਹੀਂ ਹੈਵਨ ਹੈ ਕਿ ਨਹੀਂ ਮੈਨੂੰ ਤਾਂ ਪਤਾ ਨਹੀਂ ਪਰ ਚਲੋ ਕਰੋ ਗੱਲ ਪਰ ਜਦੋਂ ਮੈਰਿਜ ਹੋ ਜਾਂਦੀ ਆ ਮੈਂ ਤਾਂ ਇੱਕ ਮਿਸਾਲ ਛੋਟੀ ਦਿੰਦਾ ਬਾਅਦ ਸੇ ਗੱਲ ਕਰੂੰਗਾ ਇੱਕ ਲੜਕਾ ਹੈਗਾ ਡੈਂਟਿਸਟ ਹੈ ਉਹ ਹਾਂਜੀ ਤੇ ਕਾਫੀ ਅੱਛਾ ਕਾਮਯਾਬ ਉਹਦੀ ਪ੍ਰੋਫੈਸ਼ਨ ਚੱਲ ਰਿਹਾ ਉਹ ਤਾਂ ਅੱਜ ਤੋਂ ਕੋਈ 20-25 ਸਾਲ ਦੀ ਗੱਲ ਸੁਣਾ ਰਿਹਾ ਸ਼ਾਇਦ 30 ਸਾਲ ਦੀ ਹੋਵੇ ਉਸ ਵੇਲੇ ਇੱਕ ਲੜਕੀ ਸੀ ਚਾਰਟਰਡ ਅਕਾਊਂਟੈਂਟ ਤੇ ਲੜਕਾ ਸੀ ਡੈਂਟਿਸਟ ਦਾ ਔਰ ਆਪਣੀ ਕੰਮ ਕਰਦਾ ਸੀਗਾ ਅੱਛੀ ਫੈਮਿਲੀ ਚੋਂ ਸੀ ਬਾਪ ਦਾ ਪ੍ਰੋਫੈਸਰ ਸੀ ਮਤਲਬ ਵੈਲ ਟੂ ਡੂ ਫੈਮਿਲੀ ਸੀ ਫਾਈਨੈਂਸ਼ੀਅਲੀ ਹਾਂਜੀ ਹਾਂਜੀ ਉਸ ਵੇਲੇ ਲੜਕੇ ਵਾਲਿਆਂ ਨੇ ਦਾ ਖਾਤਾ ਤਕਰੀਬਨ 30-40 ਹਜ਼ਾਰ ਪਾਉਣ ਲੱਗਾ ਅੱਛਾ ਤੇ ਤੁਸੀਂ ਹੈਰਾਨ ਹੋਗੇ ਸੁਣ ਕੇ ਕਿ 3 ਮਹੀਨਿਆਂ ਤੋਂ ਬਾਅਦ ਉਹਨਾਂ ਦਾ ਡਿਵੋਰਸ ਹੋ ਗਿਆ ਅੱਛਾ ਉਹ ਲੜਕੇ ਦੀ ਮਾਂ ਤਾਂ ਪਾਗਲ ਹੋਣ ਨੂੰ ਫਿਰੇ ਹੁਣ ਇੰਨਾ ਉਸ ਜ਼ਮਾਨੇ 'ਚ ਇੰਨਾ ਪੈਸਾ ਬਹੁਤ ਸੀ ਬਿਲਕੁਲ ਬਿਲਕੁਲ ਔਰ ਇਟ ਵਾਸ ਅ ਵੇਸਟ ਆਫ ਮਨੀ
ਮੇਰੇ ਕਹਿਣ ਦਾ ਭਾਵ ਹੈ ਕਿ ਜੇ ਉਹ ਹੈਵਨ 'ਚ ਮੈਰਿਜਸ ਬਣਦੀਆਂ ਤਾਂ ਫਿਰ ਇਹ ਟੁੱਟਦੀਆਂ ਕਿਉਂ ਆ? ਮਿੱਡਾ ਸਾਹਿਬ, ਜਾਣੀ ਕਿ ਜਿਹੜੀ ਮੈਰਿਜ ਦੀ ਗੱਲ ਇੱਕ ਮੇਰੇ ਦਿਮਾਗ 'ਚੋਂ ਦੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਉਹ ਆਪਣੇ ਦਰਸ਼ਕਾਂ ਨਾਲ ਵੀ ਅਸੀਂ ਇੰਨਾ ਪੈਸਾ ਬਰਬਾਦ ਕਰਦੇ ਹੈਗੇ ਆ ਇਸ ਕੰਮ ਦੇ ਲਈ, ਜਦੋਂ ਕਿ ਬੱਚਿਆਂ ਨੂੰ ਇਸ ਕੰਮ ਦੀ ਪ੍ਰੈਪਰੇਸ਼ਨ ਦੇ ਲਈ ਵੀ ਵਾਟ ਇਜ਼ ਇਨਵੋਲਵਡ ਇਨ ਦਾ ਮੈਰਿਜ, ਉਹਦੇ ਬਾਰੇ ਕੋਰਸ ਕਰਾਉਣੇ ਚਾਹੀਦੇ ਹੈ। ਮੈਰਿਜ ਵਿੱਚ ਕੀ ਕੀ ਇਨਵੋਲਵ ਹੁੰਦਾ? ਐਗਜ਼ੈਕਟਲੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਹਾਂਜੀ ਹਾਂਜੀ, ਕਰੋ ਗੱਲ। ਅੱਛਾ, ਹੁਣ ਮੈਂ ਬਰਟਨ ਰਸਲ ਦੀ ਕਿਤਾਬ ਪੜ੍ਹਿਆ ਸੀ ਔਨ ਐਜੂਕੇਸ਼ਨ। ਅੱਛਾ ਜੀ। ਉਹਦੇ ਵਿੱਚ ਉਹ ਇਹਦੇ ਬਾਰੇ ਡਿਸਕਸ ਕਰਦਾ। ਇੱਥੇ ਵੀ ਇਦਾਂ ਦੇ ਪ੍ਰੋਬਲਮ ਬਹੁਤ ਸੀਗੀਆਂ, ਮੈਰਿਜ ਡਿਵੋਰਸਿਸ ਵਗੈਰਾ ਬੜੇ ਇਦਾਂ ਦੇ ਖਪਖਾਨੇ ਹੁੰਦੇ ਸੀਗੇ ਤੇ ਕੋਰਸ ਦਾ ਟਾਈਮ ਜ਼ਾਇਆ ਬਹੁਤ ਹੁੰਦਾ ਸੀ, ਪੈਸਾ ਬੜਾ ਲੱਗਦਾ ਸੀਗਾ। ਉਹਨਾਂ ਨੇ ਸੋਚਿਆ ਕਿ ਲੈਟਸ ਮੇਕ ਦਿਸ ਨੇਸ਼ਨ ਫ੍ਰੀ ਲਵ ਫ੍ਰੀ ਨੇਸ਼ਨ। ਹਾਂਜੀ ਹਾਂਜੀ, ਤਾਂ ਕਿ ਜਿਹੜੇ ਝਗੜੇ ਫਜ਼ੂਲ ਦੇ ਆ ਖਤਮ ਹੀ ਹੋ ਜਾਣ। ਹੁਣ ਲਵ ਫ੍ਰੀ ਨੇਸ਼ਨ ਦੇ ਵਿੱਚ ਇਹ ਹੈ, ਇੱਕ ਹੋਰ ਫਾਇਦਾ ਇਹ ਹੋਇਆ ਕਿ ਕਾਸਟ ਆਫ ਮੈਰਿਜ ਘਟ ਗਈ। ਬਿਲਕੁਲ ਬਿਲਕੁਲ, ਬਹੁਤ ਜ਼ਿਆਦਾ ਘਟ ਗਈ। ਬਹੁਤ ਵੱਡੀਆਂ ਪਾਰਟੀਆਂ ਨਹੀਂ ਸੀ ਹੁੰਦੀਆਂ। ਹਾਂਜੀ ਹਾਂਜੀ, ਜਿਹੜੇ ਲੜਕੇ ਲੜਕੀਆਂ ਸੀ ਆਪਣੇ ਰਿਸ਼ਤੇਦਾਰ ਤੇ ਦੋ ਚਾਰ ਦੋਸਤਾਂ ਨੂੰ ਮੰਗਾ ਕੇ ਹਾਰਡਲੀ 100 ਬੰਦਾ ਇਕੱਠਾ ਹੁੰਦਾ ਸੀ। ਹਾਂਜੀ ਹਾਂਜੀ, ਸਾਡੀ ਤਾਂ ਮੈਰਿਜ ਦੇ ਵਿੱਚ 1000 ਬੰਦਾ ਵੀ ਇਕੱਠਾ ਹੁੰਦਾ ਇਦਾਂ ਹੀ ਜੀ। ਔਰ ਉਹ ਤੇ ਫ੍ਰੀ ਡਰਿੰਕਸ ਚੱਲਦੀਆਂ ਬੜੀਆਂ ਮਹਿੰਗੀਆਂ ਮਹਿੰਗੀਆਂ, ਹੁੱਬ ਕੇ ਅਸੀਂ ਬੁਲਾਉਣੇ। ਹਾਂਜੀ। ਅੱਛਾ, ਹੁਣ ਕਹਿਣ ਦਾ ਮਤਲਬ ਇਹ ਕਿ ਅਗਰ ਇਹ ਚੀਜ਼ ਹੈਗੀ ਆ ਤੇ ਜਿਹੜੇ ਲੜਕੀਆਂ ਵਿਆਹ ਨਹੀਂ ਕਰਾਉਂਦੇ ਉਹ ਇਸ ਕਰਕੇ ਨਹੀਂ ਕਰਾਉਂਦੇ ਕਿ ਜਿਹੜੇ ਮਾਂ ਪਿਓ ਨੇ ਜਿਹੜੀਆਂ ਕੰਡੀਸ਼ਨ ਲਾਈਆਂ ਹੁੰਦੀਆਂ ਜਾਂ ਡਿਵੋਰਸ ਹੋਏ ਹੁੰਦੇ ਜਾਂ ਪੈਸੇ ਦਾ ਖਰਚਾ ਹੋਇਆ ਹੁੰਦਾ, ਉਹ ਕਹਿੰਦੇ ਵਾਟਸ ਦ ਯੂਜ਼। ਬਿਲਕੁਲ ਬਿਲਕੁਲ, ਵਾਈ ਆਰ ਯੂ ਗੈਟਿੰਗ ਮੈਰਿਡ ਫॉर ਦਿਸ ਰੀਜ਼ਨ ਕਿ ਪੈਸਾ ਵੀ ਲੱਗਦਾ, ਮਗਰ ਡਿਵੋਰਸ ਹੋ ਜਾਂਦਾ, ਮਾਂ ਪਿਓ ਫੋਰਸ ਕਰਕੇ ਉੱਤੇ ਕਰਨਾ, ਜਿਹਦਾ ਕਿ ਪਹਿਲਾਂ ਸਾਰਿਆਂ ਨੇ ਡਿਸਕਸ ਕੀਤਾ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਅੱਜ ਕੱਲ੍ਹ ਵਪਾਰ ਵੀ ਚੱਲ ਪਿਆ ਹੈਗਾ। ਇਹ ਵਪਾਰ ਹੈ ਜੀ, ਬਹੁਤ ਸਾਰਾ ਵਪਾਰ ਹੈ। ਤੁਹਾਨੂੰ ਪਤਾ ਹੋ ਕੈਨੇਡਾ ਤੋਂ ਲੜਕੀਆਂ ਜਾ ਕੇ ਵਿਆਹ ਕਰਾ ਕੇ ਪੈਸੇ ਲੈ ਕੇ ਆ ਜਾਂਦੀਆਂ ਸੀ, ਵਾਪਸ ਤੋਂ ਮੁੜ ਕੇ ਜਾਂਦੀਆਂ ਨਹੀਂ ਸੀ। ਉਦੋਂ ਇੱਕ ਮਿੱਡਾ ਸਾਹਿਬ ਇੱਕ ਕੇਸ ਯਾਨੀ ਕਿ ਆ ਡਿਸੇਬਲਡ ਲੜਕੀ ਸੀ, ਉਹਨੇ 9 ਬੰਦੇ ਯਾਨੀ ਕਿ ਮੰਗਾਏ ਕੈਨੇਡਾ ਵਿੱਚ ਆਪਣੇ ਮੁਲਕਾਂ ਤੋਂ। ਹਾਂ, ਸੋ ਇਹੋ ਜਿਹੀਆਂ ਗੱਲਾਂ ਵੀ ਬਹੁਤ ਚੱਲ ਪਈਆਂ। ਔਰ ਇੱਥੇ ਵੀ ਕਈ ਲੜਕੀਆਂ ਆਉਂਦੀਆਂ ਆ, ਉਹ ਕੀ ਇੱਥੇ ਆਉਂਦੀਆਂ ਤੇ ਉਹ ਆਪਣੇ ਫਿਰ ਕੀ ਰਹਿ ਕੇ ਆਪਣੇ ਬॉयਫ੍ਰੈਂਡ ਨੂੰ ਮੰਗਾ ਲੈਂਦੀਆਂ। I know those cases. Yes. ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਜਿਹੜਾ ਨਾ ਇੰਸਟੀਟਿਊਸ਼ਨਲ ਮੈਰਿਜ ਹੈ, ਇਹ 'ਚ ਬਹੁਤ ਵੱਡੀ ਇਰੋਜਨ ਆ ਰਹੀ ਹੈ। ਜਿੱਦਾਂ ਅਸੀਂ 21st ਸੈਂਚੁਰੀ 'ਚ ਗਾਂਹ ਜਾਵਾਂਗੇ, ਇਹ ਚੀਜ਼ਾਂ ਆਮ ਹੋਣ ਲੱਗੇਗਾ। ਲੜਕੇ ਲੜਕੀਆਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਗੇ ਜਿੱਥੇ ਉਹਨਾਂ ਦਾ ਦਿਲ ਕਰਦਾ, ਔਰ ਇੱਥੇ ਦਾ ਲਾਅ ਜਿਹੜਾ ਉਹ ਇਨਫੋਰਸ ਕਰਦਾ ਕਿ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ। ਐਬਸੋਲੂਟਲੀ ਤੁਸੀਂ ਉਹਨਾਂ ਨੂੰ ਕਹਿ ਨਹੀਂ ਸਕਦੇ ਕਿ ਆ ਕੇ ਆਓ। ਬਹੁਤ ਸਾਰੀਆਂ ਲੜਕੀਆਂ ਇੱਥੇ, ਕਈਆਂ ਦੀਆਂ ਫੈਮਲੀਆਂ ਬਰਬਾਦ ਹੋਈਆਂ, ਸਪੈਸ਼ਲੀ ਪਾਕਿਸਤਾਨ ਫੈਮਲੀਆਂ। ਇਸੇ ਕਰਕੇ ਇਹਨਾਂ ਨੂੰ ਫੋਰਸ ਮੈਰਿਜ ਐਕਟ ਬਣਾਉਣਾ ਪਿਆ ਇੱਥੇ। ਹਾਂਜੀ। ਸੋ ਇਹ ਤਾਂ ਜਿਹੜੀਆਂ ਗੱਲਾਂ ਹੈਗੀਆਂ, ਕਿਉਂਕਿ ਇਹ ਚੀਜ਼ ਇੰਸਟੀਟਿਊਸ਼ਨ ਨੂੰ ਇਹਨਾਂ ਨੇ ਆਪ ਜਾਣ ਕੇ ਖਰਾਬ ਕੀਤਾ। ਬਿਲਕੁਲ। ਔਰ ਮੈਂ ਤਾਂ ਇਹ ਕਹੂੰਗਾ ਕਿ ਜਦੋਂ ਮੇਰੇ ਬੱਚੇ ਆ, ਉਹਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ। ਠੀਕ ਹੈ। ਔਰ ਮੈਂ ਕੋਈ ਡਿੱਕਾ ਨਹੀਂ ਪਾਇਆ। ਮੈਂ ਉਹਨੇ ਕਿਹਾ ਠੀਕ ਹੈ, ਇਫ ਯੂ ਲਾਈਕ ਦਮ ਫੇਅਰ ਇਨਫ। ਪੜ੍ਹੇ ਲਿਖੇ ਤੁਸੀਂ ਆ, ਪੜ੍ਹੇ ਲਿਖੇ ਉਹ ਆ, ਤੁਹਾਡਾ ਤੁਸੀਂ ਹੈਪੀ ਆ ਤਾਂ ਬਿਲਕੁਲ ਠੀਕ ਹੈ। ਐਂਡ ਦੇ ਆਰ ਹੈਪੀ ਬੋਥ ਆਫ ਦੈਮ। ਐਬਸੋਲੂਟਲੀ, ਦ ਹੈਪੀਨੈਸ ਇਜ਼ ਦ ਮੋਸਟ ਇੰਪੋਰਟੈਂਟ। ਯੈਸ। ਸੋ ਕਹਿਣ ਦਾ ਮਤਲਬ ਕਿ ਮੈਂ ਵੀ ਫੋਰਸ ਕਰਦਾ। ਜਿਹੜੇ ਨਾ ਸਾਡਾ ਕਾਸਟ ਸਿਸਟਮ ਹੈ, ਇਹ ਇੱਕ ਬਹੁਤ ਬੜਾ ਇੱਕਾ ਪਾਉਂਦਾ। ਐਬਸੋਲੂਟਲੀ ਯੈਸ। ਕਿਉਂਕਿ ਦੇਖੋ ਡੈਮੋਕ੍ਰੇਸੀ 'ਚ ਸਾਰੇ ਬੰਦੇ ਇੱਕੋ ਜਿਹੇ ਆ, ਤੇ ਇੱਕ ਵੱਡਾ ਤੇ ਇੱਕ ਉੱਚਾ ਤੇ ਇੱਕ ਨੀਵਾਂ ਕਿੱਦਾਂ ਹੋ ਗਿਆ? ਇਦਾਂ ਸਮਝਿਆ। ਹੁਣ ਇੱਕ ਕੇਸ ਸਾਡੇ ਬਰਮਿੰਘਮ 'ਚ ਹੋਇਆ ਸੀ ਆਪਣੇ ਵਕੀਲਾਂ ਦਾ। ਉਹ ਲੜਕੀ ਸਿੱਖਾਂ ਦੀ ਫੈਮਿਲੀ ਸੀ, ਲੜਕਾ ਆ ਧਰਮੀਆਂ ਦਾ ਸੀਗਾ। ਉਹ ਲੜਕਾ ਬੜਾ ਹੋਣਦਾ ਸੀ, ਲੜਕੀ ਨੇ ਦੇਖਿਆ ਕਿ ਇਹ ਬੰਦਾ ਬਹੁਤ ਚੰਗਾ ਆ, ਗੁੱਡ ਹੈਗਾ ਸਲਿਸਟਰ, ਤੇ ਮੇਰੀ ਜ਼ਿੰਦਗੀ ਇੰਨਾ ਵਧੀਆ ਰਹਿ ਸਕਦੀ ਹੈ, ਮੇਰਾ ਵੀ ਇਹੀ ਕੰਮ ਆ, ਤੇ ਅਸੀਂ ਅੱਛੀ ਲਾਈਫ ਬਿਤਾ ਸਕਦੇ। ਉਹਨਾਂ ਨੇ ਵਿਆਹ ਕਰਾ ਲਿਆ, ਔਰ ਉਹ ਫੋਰਸ ਕਰਕੇ ਉਹ ਲੜਕੇ ਨੂੰ ਆਪਣੇ ਕਢਵਾਇਆ ਬਾਹਰ। ਉਹ ਜਿਹੜੀ ਫਰਮ ਦੇ ਨਾਲ ਕੰਮ ਕਰਦਾ ਸੀ, ਲੇਕਿਨ ਲੜਕੀ ਮੰਨੀ ਨਹੀਂ। ਉਹ ਕਹਿੰਦੀ ਸੀ ਕਿ ਮੈਂ ਨਾ ਠੀਕ ਹੈ, ਤੁਸੀਂ ਮਰਜ਼ੀ ਆਪਣੀ ਜਿੱਦਾਂ ਮਰਜ਼ੀ ਕਰੋ। ਸੋ ਇਹ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਵਿਸਾਰ ਦਾ ਤੁਸੀਂ ਭਾਈ ਸਾਹਿਬ ਕਰ ਗਏ ਆ। ਕਹਿਣ ਦਾ ਭਾਵ ਇਹ ਹੈ ਕਿ ਅੱਜ ਜਿਹੜਾ ਜ਼ਮਾਨਾ ਆ, ਸਭ ਤੋਂ ਵੱਡੀ ਹੈ ਕਿ ਬੱਚੇ ਨੂੰ ਪੜ੍ਹਾਓ। ਬਿਲਕੁਲ ਉਹਨਾਂ ਨੂੰ ਕਾਮਯਾਬ ਕਰੋ ਕਿਸੇ ਤਰੀਕੇ ਨਾਲ। ਲੈਟ them have their life the way they want. ਓਕੇ ਜੀ, ਥੈਂਕ ਯੂ ਮਿੱਡਾ ਸਾਹਿਬ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਮਿੱਡਾ ਸਾਹਿਬ ਆਪਣੇ ਸਾਊਥਹਾਲ ਤੋਂ। ਤੁਸੀਂ ਵੀ ਟੈਲੀਫੋਨ ਕਾਲਸ ਕਰ ਸਕਦੇ ਹੈਗੇ ਆ 0300 770 2246। ਸਾਡੇ ਤੋਂ ਅਜੇ ਵੀ 12.5 ਮਿੰਟ ਹੈਗੇ ਆ।
ਕਿਉਂਕਿ ਬਹੁਤ ਸਾਰੀ ਮੈਰਿਜਸ ਇਸ ਕਰਕੇ ਵੀ ਸਾਡੇ ਬੱਚੇ ਨਹੀਂ ਕਰਾ ਰਹੇ ਹੈਗੇ, ਉੱਥੇ ਬਹੁਤ ਸਾਰੇ ਬੈਰੀਅਰਸ ਅਸੀਂ ਕ੍ਰੀਏਟ ਕੀਤੇ ਹੈਗੇ ਆ। ਹਾਂਜੀ, ਉਹਦਾ ਫਲਾਣਾ ਰੰਗ ਇੱਦਾਂ ਚਾਹੀਦਾ ਹੈਗਾ, ਕੱਦ ਕਾਠ ਇੱਦਾਂ ਚਾਹੀਦਾ ਹੈਗਾ, ਫਲਾਣੇ ਏਰੀਏ ਦਾ ਬੰਦਾ ਚਾਹੀਦਾ ਹੈਗਾ ਜੀ, ਫਲਾਣੇ ਯਾਨੀ ਕਿਹੜਾ ਹੈਗਾ ਉਹ ਗੋਦ ਦਾ, ਯਾਨੀ ਕਿ ਇਸ ਫਲਾਣੇ ਗੋਦੇ ਨਹੀਂ ਚਾਹੀਦੇ ਜੀ। ਅਸੀਂ ਬਹੁਤ ਸਾਰੇ ਬੈਰੀਅਰਸ ਕ੍ਰੀਏਟ ਕੀਤੇ ਹੈਗੇ ਬੱਚਿਆਂ ਦੇ। ਅਤੇ ਜਦੋਂ ਅਸੀਂ ਇੰਪੋਜ਼ ਕਰਦੇ ਹੈਗੇ ਆ ਆਪਣਾ ਵੈਲਿਊ ਸਿਸਟਮ, ਜਿਸ ਤਰ੍ਹਾਂ ਪਹਿਲਾਂ ਵੀ ਬਹੁਤ ਸਾਰੇ ਕਾਲਰਸ ਨੇ ਗੱਲ ਕੀਤੀ ਹੈਗੀ ਆ, ਉਦੋਂ ਫਿਰ ਬੱਚਿਆਂ ਵਿੱਚ ਕੜਵਾਹਟ ਆਉਂਦੀ ਹੈਗੀ ਆ। ਉਹ ਕਹਿੰਦੇ ਅੱਛਾ ਚੰਗਾ ਫਿਰ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ। ਹਾਂਜੀ ਡਾਕਟਰ ਸਾਹਿਬ। ਹਾਂਜੀ, ਮੈਂ ਸਵਰਨ ਰਾਹੀ ਬੋਲ ਰਿਹਾ ਜੀ, ਸਾਊਥ ਹਾਲ ਤੋਂ। ਸਵਰਨ ਜੀ, ਕੀ ਕਹਿਣਾ ਚਾਹੋਗੇ? ਇਹਦੇ ਰੀਜਨ ਤਾਂ ਕਈ ਹੈਗੇ ਆ ਜੀ। ਠੀਕ ਹੈ ਜੀ, ਠੀਕ ਹੈ। ਤੇ ਉਹਨਾਂ ਹਰ ਇਨਸਾਨ ਦੇ ਵਿੱਚ ਕੁਝ ਨਾ ਕੁਝ ਚੰਗੀਆਂ ਗੱਲਾਂ ਵੀ ਹੁੰਦੀਆਂ ਤੇ ਕੁਝ ਮਾੜੀਆਂ ਵੀ ਹੁੰਦੀਆਂ। ਹਾਂਜੀ ਹਾਂਜੀ ਹਾਂਜੀ। ਦੂਸਰਾ ਹੈਗਾ ਵੀ ਸਾਡੇ ਤੇ ਕਿਹੜੀਆਂ ਚੀਜ਼ਾਂ ਦਾ ਅਸਰ ਹੋਇਆ ਆ। ਕਿਉਂਕਿ ਪਹਿਲਾਂ ਤੋਂ ਲੈ ਕੇ ਮੈਂ 1960 ਦਾ ਇੰਗਲੈਂਡ ਚ ਆਇਆ ਹੋਇਆ। ਠੀਕ ਹੈ ਜੀ, ਠੀਕ ਹੈ। ਤੇ ਮੈਂ ਜੋ ਕੁਝ ਦੇਖਦਾ ਆਇਆ ਉਹ ਇਹ ਆ ਕਿ ਗੋਰੇ ਲੋਕ ਜਿਹੜੇ ਹੈਗੇ ਉਹ ਤਾਂ ਤਕਰੀਬਨ 10% ਹੀ ਵਿਆਹੇ ਹੋਏ ਤੁਹਾਨੂੰ ਨਜ਼ਰ ਆਉਣਗੇ। ਬਾਕੀ 90% ਉਦਾਂ ਹੀ ਫਿਰਦੇ ਆ। ਉਹਨਾਂ ਦੇ 5-5 4-4 ਨਿਆਣੇ ਵੀ ਹੈਗੇ ਆ। ਹਾਂਜੀ ਹਾਂਜੀ। ਤੇ ਸਾਡੀ ਕਮਿਊਨਿਟੀ ਵਿੱਚ ਇਹ ਚੀਜ਼ਾਂ ਜਾਇਜ਼ ਨਹੀਂ ਗੀਆਂ ਕਿ ਵਿਆਹ ਤੋਂ ਪਹਿਲਾਂ ਨਿਆਣੇ ਹੋਣ। ਪਰ ਸਾਡੇ ਗਾਂ ਨਿਆਣਿਆਂ ਤੇ ਇਸ ਚੀਜ਼ ਦਾ ਅਸਰ ਕਾਫੀ ਹੈਗਾ। ਬਿਲਕੁਲ ਬਿਲਕੁਲ। ਦੂਸਰੀ ਹੈਗਾ ਵੀ ਉਹਨਾਂ ਤੇ ਕੋਈ ਬੰਦਿਸ਼ ਨਹੀਂ। ਵਿਆਹ ਤੇ ਉਹਨਾਂ ਦਾ ਆਪਸ ਵਿੱਚ ਕੁੜੀ ਮੁੰਡੇ ਦਾ ਝਗੜਾ ਹੋ ਜਾਂਦਾ ਤੇ ਉਹ ਆਪਦੀ ਜੁੱਲੀ ਚੱਕਦਾ ਹੋਰ ਤੇ ਚਲ ਜਾਂਦਾ, ਉਹ ਆਪਦੀ ਜੁੱਲੀ ਚੱਕਦੀ ਹੋਰ ਤੇ ਚਲੇ ਜਾਂਦੀ ਆ। ਹਾਂਜੀ 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 ਹਾਂਜੀ। ਤੇ ਦੂਸਰੀ ਬਾਤ ਹੈਗੀ ਵੀ ਸਾਡੀਆਂ ਇਹ ਕਮਜ਼ੋਰੀਆਂ ਹੀ ਕਹਿ ਲਓ, ਸਾਡੀਆਂ ਕਮਜ਼ੋਰੀਆਂ ਆ ਕਿ ਇੱਥੇ ਹਰੇਕ ਬੁੜੀ ਦੇ ਜੇ 5-4 ਨਿਆਣੇ ਆ, 2 ਕਿਸੇ ਦੇ ਆ, 2 ਕਿਸੇ ਦੇ ਆ, 2 ਕਿਸੇ ਦੇ ਆ। ਹਾਂਜੀ। ਸਾਡੀ ਕਮਿਊਨਿਟੀ ਇਸ ਚੀਜ਼ ਨੂੰ ਚੰਗਾ ਵੀ ਨਹੀਂ ਸਮਝਦੀ ਕਿ ਹੈ ਨਹੀਂ ਸਮਝਦੀ ਨਾ। ਹਾਂਜੀ ਹਾਂਜੀ। ਤਾਂ ਇਹ ਵੀ ਬਾਤ ਹੈਗੀ ਆ। ਜੋ ਕੁਝ ਮੇਰੀ ਨੌਲੇਜ ਵਿੱਚ ਆਇਆ ਉਹ ਇਹ ਵੀ ਹੈਗਾ ਕਿ ਜੇ ਉਹ ਤੀਵੀਂ ਆਦਮੀ ਅਲੱਗ-ਅਲੱਗ ਰਹਿੰਦੇ ਆ ਦੋਏ ਜਾਂ। ਹਾਂਜੀ ਹਾਂਜੀ। ਤੇ ਉਹਨਾਂ ਨੂੰ ਬੈਨੀਫਿਟ ਵੀ ਜ਼ਿਆਦਾ ਮਿਲਦਾ ਆ। ਇਦਾਂ ਦੱਸਦੇ ਆ। ਹਾਂਜੀ ਹਾਂਜੀ। ਮੈਰਿਡ ਬੰਦਿਆਂ ਨਾਲੋਂ ਜਿਹੜਾ ਬੈਨੀਫਿਟ ਆ ਉਹ ਕੱਲੇ ਨੂੰ ਜ਼ਿਆਦਾ ਮਿਲਦਾ ਹੈ। ਹਾਂਜੀ 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 ਹਾਂਜੀ। ਇਹ ਵੀ ਜਾਨੀ ਰੀਜਨ ਹੈਗਾ ਆ। ਤੇ ਬਾਕੀ ਜਿਹੜੀ ਮੈਂ ਅੱਗੇ ਗੱਲ ਦੱਸੀ ਆ ਵੀ ਸਾਡੇ ਨਿਆਣਿਆਂ ਤੇ ਗੋਰਿਆਂ ਵਾਲਾ ਅਸਰ ਹੋਇਆ ਆ। ਸਾਡੇ ਨਿਆਣੇ ਵੀ ਇਦਾਂ ਹੀ ਕਰਦੇ ਆ। ਹਾਂਜੀ ਠੀਕ ਹੈ ਜੀ। ਮੈਂ ਤੁਹਾਨੂੰ ਆਪਣੇ ਘਰ ਦੀ ਗੱਲ ਦੱਸਾਂ। ਇਹ ਕਾਫੀ ਦੇਰ ਪੁਰਾਣੀ ਗੱਲ ਆ। ਮੇਰੇ ਚਾਚੇ ਦੇ ਪੋਤੇ, ਉਹਨਾਂ ਨੇ ਵਿਆਹ ਨਹੀਂ, ਇੱਕ ਦੇ ਤਾਂ 2-3 ਨਿਆਣੇ ਸੀਗੇ। ਸਵਰਨ ਜੀ ਜਲਦੀ ਫਿਨਿਸ਼ ਕਰ ਲਿਓ, ਕਾਫੀ ਕਾਲਸ ਵੇਟ ਕਰ ਰਹੀਆਂ ਪਿੱਛੇ। ਓਕੇ। ਹਾਂਜੀ ਹਾਂਜੀ। ਅੱਛਾ, ਮੈਨੂੰ ਵੀ ਸੱਦਿਆ ਗਿਆ ਵੀ ਤੂੰ ਕੁਛ ਇਹਨਾਂ ਨੂੰ ਕਹਿ ਵੀ ਇਹ ਵਿਆਹ ਬੂ ਕਰਾ ਲੈਣ। ਹਾਂਜੀ ਹਾਂਜੀ। ਤਾਂ ਮੁੰਡਾ ਪਤਾ ਕੀ ਬੋਲਦਾ ਮੈਨੂੰ? ਹਾਂ, ਕਹਿੰਦਾ ਤਾਇਆ ਇੱਥੇ ਤਾਂ ਰੋਜ਼ ਹੀ ਵਿਆਹ ਆ। ਇਹ ਦੱਸੋ ਤੁਸੀਂ ਉੱਥੇ ਨਿਆਣਿਆਂ ਨੂੰ ਕੀ ਸਿੱਖਿਆ ਦਿਓਗੇ ਤੇ ਕੀ ਆਪਦੀ ਕਮਿਊਨਿਟੀ ਬਾਰੇ ਦੱਸੋਗੇ ਤੇ ਕਿੱਦਾਂ ਕਹੋਗੇ? ਠੀਕ ਹੈ ਸਵਰਨ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਹਾਂਜੀ ਹਾਂਜੀ। 100 ਹੱਥ ਰੱਸਾ ਸਿਰੇ ਤੇ ਗੰਢ ਵਾਲੀ ਗੱਲ ਮੈਂ ਤੁਹਾਨੂੰ ਆਖਰੀ ਦੱਸ ਦਿੱਤੀ ਆ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਸਵਰਨ ਰਾਹੀ ਹੋਣੀ ਜਿਨ੍ਹਾਂ ਨੇ ਲੰਡਨ ਤੋਂ ਫੋਨ ਸਾਨੂੰ ਕੀਤਾ ਸੀਗਾ। ਤੁਸੀਂ ਵੀ ਟੈਲੀਫੋਨ ਕਾਲ ਕਰ ਸਕਦੇ ਹੈਗੇ 0300 770 2246। ਕਈ ਨਵੀਆਂ ਗੱਲਾਂ ਇਨ ਕੇ ਸਾਹਮਣੇ ਆ ਰਹੀਆਂ ਹੈਗੀਆਂ। ਹਰ ਇੱਕ ਦਾ ਆਪਣਾ ਆਪਣਾ ਤਜਰਬਾ ਹੈਗਾ, ਹਰ ਇੱਕ ਦਾ ਆਪਣਾ ਆਪਣਾ ਨੁਕਤਾ ਨਿਗਾਹ ਹੈ ਇਸ ਮਸਲੇ ਬਾਰੇ। ਪਰ ਬਹੁਤ ਸਾਰੇ ਪੇਰੈਂਟਸ ਹੈਗੇ ਜਿਹੜੇ
ਮੈਨੂੰ ਜਿਹੜੇ ਬਹੁਤ ਅਪਰੋਚ ਕਰਦੇ ਹੈ, ਤੁਹਾਨੂੰ ਵੀ ਅਪਰੋਚ ਕੀਤਾ ਹੋਣਾ ਹੈਗਾ, ਬਹੁਤ ਸਾਰੇ ਆਪਣੇ ਲੋਕਾਂ ਨੂੰ ਅਪਰੋਚ ਕਰਦੇ ਆ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ? ਵੈਲਕਮ ਹੈ ਜੀ। ਹੈਲੋ ਡਾਕਟਰ ਸਾਹਿਬ, ਨਮਸਕਾਰ, ਜੈ ਭੀਮ ਜੈ ਭਾਰਤ ਜੀ। ਹਾਂਜੀ, ਜੈ ਭੀਮ ਜੈ ਭਾਰਤ ਜੀ। ਮਾਨ ਸਾਹਿਬ ਕੀ ਕਹਿਣਾ ਚਾਹੋਗੇ? ਇਹ ਜਿਹੜਾ ਮਸਲਾ ਜੀ ਇਸ ਵੇਲੇ ਇਸ ਕੰਟਰੀ ਦੇ ਵਿੱਚ ਸਾਡੇ ਲਈ ਬਹੁਤ ਮਤਲਬ ਸਮਾਜ ਲਈ ਇਹ ਪਚੀਦਾ ਮਸਲਾ ਬਣਿਆ ਹੈਗਾ, ਤੇ ਇਸ ਕਰਕੇ ਹੈ ਨਾ ਕਿ ਬੱਚੇ ਇੱਥੇ ਦਾ ਵਾਤਾਵਰਨ ਦੀ ਇੱਕ ਤਾਂ ਹੈਗੀ ਆ, ਦੂਸਰੀ ਹੈਗੀ ਆ ਇੱਥੇ ਦੇ ਬੱਚੇ ਜਿਹੜੇ ਉਹ ਮਾਂ ਆਪਣੇ ਸੱਸ ਸਹੁਰੇ ਵਿੱਚ ਰਹਿਣਾ ਵੀ ਨਹੀਂ ਚਾਹੁੰਦੇ। ਹਾਂ ਬਿਲਕੁਲ ਬਿਲਕੁਲ। ਅੱਛਾ, ਤੇ ਇਸ ਕਰਕੇ ਇਹ ਜਿਹੜੀ ਚੀਜ਼ ਹੈ ਨਾ ਸੱਸ ਸਹੁਰੇ ਦਾ ਡਸਟਬਿਨ ਸਮਝਦੇ ਹੈਗੇ ਆ। ਨਾ ਉਹ ਤਾਂ ਮਾਨ ਸਾਹਿਬ ਪਹਿਲਾਂ ਹੀ ਪੁੱਛਦੇ ਆ, ਕੁੜੀ ਵੀ ਜਾਂ ਮੁੰਡਾ ਵੀ ਲੈ ਵੀ ਜਿਹੜਾ ਡਸਟਬਿਨ ਕਿੰਨੇ ਆ ਘਰ? ਹਾਂਜੀ, ਡਸਟਬਿਨ ਸਾਦੇ ਆ ਉਹਨਾਂ ਨੂੰ ਜਿਹੜਾ ਸੱਸ ਸਹੁਰੇ ਨੂੰ। ਹਾਂਜੀ, ਤੇ ਇਸ ਕਰਕੇ ਜਿਹੜੀ ਚੀਜ਼ ਹੈ ਨਾ ਇੱਥੇ ਤੁਹਾਨੂੰ ਪਤਾ ਹੀ ਆ ਕਿ ਇੱਥੇ ਦਾ ਵਾਤਾਵਰਨ ਵੀ ਇਹੋ ਜਿਹਾ ਆ, ਤੇ ਇੱਥੇ ਇੱਕ ਤਾਂ ਜਿਹੜੀ ਮੈਚਿੰਗ ਨਹੀਂ ਮਿਲਦੀ ਹੈਗੀ ਆ, ਖਿਆਲਾਤ ਨਹੀਂ ਮਿਲਦੇ, ਕਿਉਂਕਿ ਜੇ ਬੱਚੇ ਦੇ ਸੰਸਕਾਰ ਘਰੋਂ ਤੋਂ ਚੰਗੇ ਮਿਲਦੇ ਆ, ਮੂਹਰੇ ਲੜਕੀ ਦੇ ਸੰਸਕਾਰ ਉਦਾਂ ਦੇ ਨਹੀਂ ਹੁੰਦੇ ਹੈਗੇ। ਇਸ ਕਰਕੇ ਜਿਹੜਾ ਮੈਚਿੰਗ ਹੈ ਨਾ ਬਹੁਤ ਮਤਲਬ ਜਾਣੀ ਉਹ ਨਹੀਂ ਮਿਲਦਾ, ਇਸ ਕਰਕੇ ਵਿਆਹ ਵੀ ਨਹੀਂ ਕਰਾਉਣਾ ਚਾਹੁੰਦੇ, ਤੇ ਦੂਸਰੇ ਡਿਵੋਰਸ ਹੀ ਕਰਕੇ ਕਿਤੇ ਨਾ ਨਹੀਂ ਕਰਾਉਂਦੇ, ਡਰਦੇ ਆ ਇੱਕ ਦੂਸਰੇ ਪੇ ਡਿਵੋਰਸ ਹੀ ਹੋਣਾ ਤਾਂ ਫਾਇਦਾ ਕੀ ਆ। ਤੇ ਦੂਸਰੀ ਗੱਲ ਹੈ ਕਿ ਅੱਜ ਅੱਗੇ ਤਾਂ ਹੁੰਦਾ ਸੀਗਾ ਨਾ ਵੀ ਲੜਕੀ ਨੂੰ ਦੇਖਣ ਜਾਂਦੇ ਹੁੰਦੇ ਸੀ। ਅੱਜ ਕੱਲ ਲੜਕੀਆਂ ਲੜਕੇ ਨੂੰ ਦੇਖਣ ਜਾਂਦੀਆਂ ਆ। ਨਾਲੇ ਤੋਂ ਬਿਨਾਂ ਮਾਨ ਸਾਹਿਬ ਕੁਝ ਕੇਸਿਸ ਇਦਾਂ ਦੇ ਵੀ ਸੁਣਨ ਵਿੱਚ ਆਏ ਆ, ਤੇ ਜਦੋਂ ਜਾਨੀ ਕਿ ਮਾਂ-ਬਾਪ ਨਹੀਂ ਮੰਨੇ ਹੈਗੇ ਤਾਂ ਉਹਨਾਂ ਨੇ ਬੱਚਿਆਂ ਨੇ ਕੁੜੀ ਨੇ ਜਾਨੀ ਕਿ ਜਾਂ ਮੁੰਡੇ ਨੇ ਕਹਿ ਦਿੱਤਾ ਮੇਰਾ ਫਲਾਨੀ ਤਰੀਕ ਨੂੰ ਜਿਹੜਾ ਹੈਗਾ ਰਜਿਸਟ੍ਰੇਸ਼ਨ ਮੈਰਿਜ ਹੈਗੀ ਹੈ, ਤੇ ਉਦੋਂ ਨੂੰ ਆਉਣਾ ਹੋਇਆ ਆਇਓ, ਨਹੀਂ ਆਉਣਾ ਨਾ ਆਇਓ। ਹਾਂਜੀ ਹਾਂਜੀ, ਉਹ ਤਾਂ ਇਹ ਚੀਜ਼ ਚੱਲਦੀ ਹੈਗੀ ਆ। ਇੱਕ ਤਾਂ ਕਾਸਟ ਸਿਸਟਮ ਵਗੈਰਾ ਸਾਡਾ ਬਹੁਤ ਆ, ਤੇ ਦੂਸਰੀ ਗੱਲ ਹੈ ਨਾ ਲੜਕੀ ਜਦ ਜਾਂਦੀ ਨਾ ਲੜਕੇ ਨੂੰ ਦੇਖਣ, ਤੇ ਉਹ ਲੜਕੀ ਸੋਚਦੀ ਆ ਵੀ ਜਦੋਂ ਜਾਂਦੀ ਹੈ ਤੇ ਉਹ ਕਹਿੰਦੀ ਜਾਂ ਤਾਂ ਮੇਰੀ ਸੱਸ ਚੰਗੀ ਹੋਵੇ ਤੇ ਜਾਂ ਉਹਦੀ ਤਸਵੀਰ ਟੰਗੀ ਹੋਵੇ। ਹਾਂ, ਇਹ ਤੁਸੀਂ ਕਹਿ ਦਿੱਤਾ ਆ ਹੁਣ, ਹਨੇ, ਤੇ ਜਾਂ ਉਹਦੀ ਫੋਟੋ ਟੰਗੀ ਹੋਵੇ, ਤੇ ਹੁਣ ਕਿਹੜੀ ਚੀਜ਼ ਹੋਵੇ? ਦੇਖੋ ਨਾ, ਇਸ ਕਰਕੇ ਜਿਹੜੀਆਂ ਇੱਥੇ ਦੀਆਂ ਲੜਕੀਆਂ ਉਹਨਾਂ ਦਾ ਵਾਤਾਵਰਨ ਡਿਫਰੈਂਟ ਆ, ਕਿਉਂਕਿ ਇਹ ਫੈਮਿਲੀ ਦੇ ਵਿੱਚ ਰਹਿਣਾ ਨਹੀਂ ਚਾਹੁੰਦੀਆਂ ਹੈਗੀਆਂ। ਨਹੀਂ, ਪਰ ਦੂਸਰੇ ਪਾਸੇ ਗੱਲ ਜਿਹੜੀ ਆ ਉਹ ਕਹਿੰਦੇ ਲੈ ਵੀ ਕਲਿੱਕ ਨਹੀਂ ਹੋਇਆ, ਕਈਆਂ ਦਾ ਕਲਿੱਕ ਵੀ ਨਹੀਂ ਹੁੰਦਾ ਹਨਾ। ਹਾਂਜੀ, ਉਹੀ ਤਾਂ ਚੀਜ਼ ਹੈ, ਕਲਿੱਕ ਜਿਹੜਾ ਦੇਖੋ ਜੀ, ਜਿਹੜਾ ਤੁਹਾਡਾ ਮਾਈਂਡ ਹੈ ਨਾ, ਅਗਰ ਤੁਸੀਂ ਆਪਣਾ ਘਰ ਵਸਾਉਣਾ ਹੈ ਨਾ, ਤੁਹਾਡੇ ਤੇ ਡਿਪੈਂਡ ਕਰਦਾ ਹੈਗਾ। ਨਹੀਂ, ਫਿਰ ਇਹ ਕਾਰਨ ਹੈਗੇ ਲੈ ਵੀ ਇਸੇ ਕਰਕੇ ਬੱਚੇ ਵਿਆਹ ਨਹੀਂ ਕਰਾ ਰਹੇ। ਹਾਂਜੀ, ਇਹੀ ਕਾਰਨ ਤਾਂ ਹੈਗਾ ਆ, ਕਿਉਂਕਿ ਬੱਚਿਆਂ ਨੂੰ ਸੰਸਕਾਰ 90% ਬੱਚੇ ਆ ਨਾ, ਉਹਨਾਂ ਨੂੰ ਇਹੋ ਜਿਹੇ ਸੰਸਕਾਰ ਇੱਥੇ ਦੇ ਉਹਨਾਂ ਨੇ ਸਿੱਖੇ ਆ, ਉਹ ਨਹੀਂ ਚਾਹੁੰਦੇ ਹੈਗੇ। ਕੋਈ ਬੱਚਾ ਆ ਜਿਹੜਾ ਕਿ ਮਾਂ ਆਪਣੇ ਸੱਸ ਸਹੁਰੇ ਦੀ ਕਦਰ ਕਰਦਾ, ਲੇਕਿਨ ਕਈ ਲੜਕਿਆਂ ਨੂੰ ਤੁਸੀਂ ਇੰਨਾ ਪਿਆਰ ਦਿੰਦੇ ਆ ਨਾ, ਉਹ ਲੜਕੀਆਂ ਉਹ ਪਿਆਰ ਉਹਨਾਂ ਨੂੰ ਕਹਿੰਦੇ ਹੁੰਦੇ ਨੇ ਸਤਿਕਾਰ ਵੀ ਆਦਮੀ ਕੋਈ ਉਹਨੂੰ ਸੰਭਾਲ ਸਕਦਾ ਆ। ਬਿਲਕੁਲ ਬਿਲਕੁਲ, ਕਿਉਂਕਿ ਸਤਿਕਾਰ ਜਿਹੜਾ ਆ ਇਹ ਗੇਨ ਕੀਤਾ ਜਾਂਦਾ, ਇਹ ਖਰੀਦਿਆ ਨਹੀਂ ਜਾਂਦਾ। ਐਬਸੋਲੂਟਲੀ ਐਬਸੋਲੂਟਲੀ। ਇਸ ਕਰਕੇ ਜਿਹੜਾ ਸਤਿਕਾਰ ਆ ਇਹ ਜਿਹੜੇ ਬੱਚੇ ਦੇ ਜਿਹੜੇ ਉਹ ਸੰਸਕਾਰ ਮਿਲਦੇ ਆ ਨਾ, ਉਹਦੇ ਮਾਪੇ ਤੋਂ ਮਿਲਦੇ ਵੀ ਕਿੱਦਾਂ ਦੇ ਸੰਸਕਾਰ ਇਹਨੂੰ ਬੱਚੇ ਨੂੰ ਦੇਣੇ ਆ ਅਸੀਂ। ਠੀਕ ਹੈ, ਉਹੀ ਜਾ ਕੇ ਉਹ ਅਗਰ ਉਹਨੂੰ ਵਸਾਉਣ ਆਪਣਾ ਉਹਨੇ ਘਰ, ਕਿਉਂਕਿ ਘਰ ਜਿਹੜਾ ਇਹ ਤਾਂ 4 ਦੀਵਾਰੀਆਂ ਕੰਧਾਂ ਹੈਗੀਆਂ ਆ, ਕਿਉਂਕਿ ਕਹਿੰਦੇ ਹੁੰਦੇ ਨਾ ਮਕਾਨ ਤੱਕ 4 ਦੀਵਾਰੀਆਂ ਕੰਧਾਂ, ਜਿਹੜਾ ਘਰ ਬਣਾਉਣਾ ਆ ਉਹ ਬਹੁਤ ਔਖਾ ਹੈਗਾ। ਠੀਕ ਹੈ ਜੀ, ਠੀਕ ਹੈ। ਅੱਜ ਕੱਲ ਦੇ ਜਿਹੜੇ ਬੱਚੇ ਉਹ ਘਰ ਨਹੀਂ ਬਣਾਉਣਾ ਚਾਹੁੰਦੇ, ਉਹ ਸਿਰਫ 4 ਦੀਵਾਰੀ 'ਚ ਰਹਿਣਾ ਚਾਹੁੰਦੇ ਆ। ਠੀਕ ਹੈ, ਜਾਂ ਫਿਰ ਬਾਹਰਲੇ ਕਿਤੇ ਨਾ ਐਸ਼ ਕਰਨਾ ਚਾਹੁੰਦੇ ਆ। ਓਕੇ ਮਾਨ ਸਾਹਿਬ, ਜਿਹੜੇ ਮੈਚਅਪ ਨਹੀਂ ਹੁੰਦੇ ਜੀ। ਓਕੇ ਮਾਨ ਸਾਹਿਬ, ਬਹੁਤ ਮਿਹਰਬਾਨੀ। ਥੈਂਕ ਯੂ। ਇਹ ਤਸਵੀਰ ਪ੍ਰੇਮ ਮਾਨ ਹੋਣੀ ਲੰਡਨ ਤੋਂ। ਸਰ ਤੋਂ ਅਜੇ ਵੀ 4.5 ਮਿੰਟ ਹੈ, ਤੁਸੀਂ ਟੈਲੀਫੋਨ ਕਾਲ ਕਰ ਸਕਦੇ ਹੈਗੇ, ਮੈਂ ਕਾਲ ਹੋਰ ਲੈ ਸਕਦਾ ਹੈਗਾ। 0300 770 2246 ਨੰਬਰ ਸਾਡਾ ਹੈਗਾ। ਦੇਖਣ ਵਿੱਚ ਇਹ ਆ ਹੈਗਾ ਜਦੋਂ ਅਸੀਂ ਦੇਖਦੇ ਨੇ ਬੈਰੀਅਰਸ ਕੀ ਹੈਗੇ ਆ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ ਜੀ? ਮੈਂ ਬਹੁਤ ਦੀਪ ਲਾਹਰ ਬੋਲ ਰਿਹਾ ਡਾਕਟਰ ਸਾਹਿਬ। ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦਾ, ਮੈਂ 1982 ਦੇ ਵਿੱਚ ਆਪਣੇ ਬੱਚੇ ਦੀ ਇੰਤਕਾਲ ਸ਼ਾਦੀ ਕੀਤੀ ਸੀ। ਉਸ ਟਾਈਮ ਤੇ ਹਾਲੇ ਇੰਨੀਆਂ ਸ਼ਾਦੀਆਂ ਨਹੀਂ ਸੀ ਹੁੰਦੀਆਂ। तो उस वेले मेरे अद्धे घर दे नाराज और समाज भी सारा नाराज। इस तरह होया जी, हालांकि अपने समाज में हो रहे थे, मैं वाल्मीकि समाज संबंधित हाँ, लड़की जी सी फैसला संबंधित सी। उन्होंने पहले कि देखो उदों तो ला के मेरे एक बच्चे की शादी हुई थी, उसका डाइवोर्स हो गया था। उस टाइम के काफी पैसा खरा जिदा कि बहुत सारे बलारे को वोटे गए आ और मौका देने के काफी खर्चा होता है। साडा नुकसान बड़ा होया। तो उसके बाद मैं बच्चे जितने सीखे तो शादियां कर लो। मेरे सारे ही बच्चियां दियां इंतकाल शादियां, मेरे 2 लड़कियां 3 काके आ, खतरी घराने भी आ, जट घराने भी आ और वैसे घराने भी लड़कियां जी मेरिया दूजे घराने मिस्त्री घराने इस तरह नियाणे अपनी मर्जी में शादी करते हैं। जो इंडिया के लड़की ने जो है ना आने अजकल वातावरण ज्यादा हो सारे कहते दार साहब तुम ठीक थे
मैं पुरानी गल करदा है ਹੁਣ ਇਹ ਹਵਾਈ ਪਲਕ ਚੱਲ ਗਈ ਇੰਡੀਆ ਵਿੱਚ ਤੇ ਇੱਥੇ ਵੀ ਉਹਦੇ ਤੁਸੀਂ ਠੀਕ ਸੀਗੇ ਉਸ ਵੇਲੇ ਮੇਰਾ ਸਾਥ ਮੇਰੀ ਪਾਰਟੀ ਨੇ ਦਿੱਤਾ ਸੀਗਾ ਮੈਂ ਕੌਮੀ ਖਿਆਲਾਂ ਦਾ ਸੀਗਾ ਮੇਰੇ ਸਾਰੇ ਜਿਹੜੇ ਸੀ ਬਰਾੜ ਜੀ ਪਰ ਜਿੰਨੀ ਮੇਰੀ ਪਾਰਟੀ ਸਾਰੀ ਕਹਿੰਦੇ ਜੇ ਐਸੀ ਗੱਲ ਅਸੀਂ ਪੂਰਾ ਅਸੀਂ ਤੁਹਾਡਾ ਸਾਥ ਦੇਵਾਂਗੇ ਬੜੀ ਸਾਡੇ ਬੜਾ ਬੜਾ ਗੁਰਦੁਆਰਾ ਬੜਾ ਮਸ਼ਹੂਰ ਆ ਉੱਥੇ ਸਾਰੇ ਆਨੰਦਕਾਰੀ ਐਵਰੀਥਿੰਗ ਹੋਈ ਮੁੰਡਿਆਂ ਦੇ ਵਿਆਹਾਂ ਦੇ ਵਿੱਚ ਮੁੰਡਿਆਂ ਦੇ ਵਿਆਹ ਦੇ ਜਿਹੜੇ ਸ਼ਹਿਰ ਸ਼ਹੀਦਾਂ ਦਾ ਕੀਤੇ ਆ ਸਾਰੇ ਹੈਪੀ ਸਾਰੇ ਖੁਸ਼ ਆ ਇਹ ਜਿਹੜਾ ਨਾ ਕਾਸਟ ਕੋਡ ਵਾ जो मनुष्य समृति पढ़ते हैं बड़ी गलती आ कि कोड जाता खत्म होना उन्होंने समाज इकट्ठे नहीं होना इन्नी ही गल कहते होया मैं इसे समाप्ति दिना है क्योंकि बहुत सारा बारे में अच्छे सुझाव देगा है डॉक्टर साहब का बहुत सारा धन्यवाद थैंक यू मेरे वीर ये तो सीगे जी यानी कि जिन्होंने अपने विचार अपने नाल साझे किए मेरे वीर ने अगले हफ्ते तुहाडे लई कोई होर प्रोग्राम लैके आवांगे ट्यूसडे नूं मेरा प्रोग्राम सोच दा सफ़र हुंदा तुसीं उहदे विच भी शिरकत कर सकदे आ जिहड़ा 7 ਤੋਂ 8 हुंदा हैगा ते साडा सांझियां विचारां जिहड़ा प्रोग्राम हैगा वो एवरी फ्राइडे 5 ਤੋਂ 6 हुंदा हैगा हुण मेरे तो टैलीफोन कॉल्स लैण दे लई कोई टाइम नहीं रह गया हैगा क्योंकि सिर्फ 1 मिनट बाकी हैगा मैं सारे कॉलर्स का बहुत बहुत तहे दिल तो धन्नवादी हाँ जिन्होंने अपने विचार अज साडे नाल साझे किए हैं मैनूं उम्मीद है कि तुसीं जरूर ये तो कुछ ना कुछ लर्न किया होगा तुहानूं प्रोग्राम किहो जिहा लगा ये बारे जरूर दसना कि की खामियां रह गईयां उहदे बारे जरूर पॉइंट आउट करना ये की चंगियां गल्लां सी उहदे बारे भी जरूर जाके दसना ताकि ये प्रोग्राम नूं होर भी वधिया तो वधिया बनाया जा सके जे तुसीं चाहुंदे आ कि इहो जिहा वधिया प्रोग्राम तुहाडे रूबरू किए जाण तो तुसीं कांची टैलीविजन की सपोर्ट करन तो कदी पिछे ना रहो कांची टैलीविजन की सपोर्ट जरूर करो ताकि असीं इदां दे वधिया तो वधिया प्रोग्राम जिहड़े हैगे तुहानूं दिंदे रहिए ते अपने जिहड़े मसले हैगे आ जिहड़े साडे समाजिक मसले आ तुहाडे मसले मेरे मसले अपने समाज के मसले आ उन्हां बारे असीं खुल के गल कर सकीए ताकि जिहड़ा हैगा कोई सेध मिल सके जे नाल बच्चों साडी दी खुशियां बध सकन जिन नाल तुहाडीआं माँ बाप दी खुशियां बध सकन जिन नाल अपने रिश्तेदारां दी खुशियां बध सकन जे नाल अपने सारे समाज दी खुशियां बध सकन मैं तुहाडे तों इत्थे ही इजाजत लेना हैगा अगले हफ्ते जिहड़ा हैगा कोई होर प्रोग्राम लैके तुहाडे रूबरू होवांगे तो फिर भी जान कि मैनूं तुहाडे टैलीफोन कॉल्स की वेट रहूगी ताकि आपां इस मसले बारे जिहड़ा भी मसला असीं लैके आवांगे उहदे बारे खुल के गल कर सकीए ताकि जिहड़ी हैगी आ लोकां दा इहदे विच भला हो सके बहुत सारी गल्लां इहो जिहियां हैगियां जिहड़ियां असीं इत्थे दे मसलिਆਂ ਨੂੰ कई बार इग्नोर कर दिंदे ते मेरी यह पूरी कोशिश हुंदी आ कि मैं इत्थे दे ही मसलिਆਂ बारे गल करां ना कि इंडिया दे मसलिਆਂ बारे गल करां क्योंकि इंडिया दे मसलिਆਂ बारे गल करन लई साडे होर बहुत सारे प्रोग्राम जिहड़े हैगे तुसीं देखदे हैगे आ ते मैं खास करके समाजिक मसले लैके आउणा क्योंकि वो साडे नाल तुहाडे नाल मेरे नाल हर कन्नै संबंध हुंदे आ ते मैनूं तुसीं इत्थे इजाजत दिओ अगले हफ्ते फिर मिलदे आ ओके जी बाय बाय